पेश कर रहे हैं नाटक फसल। तूंबा खड़केगा मेरे यारा, तूंबा खड़केगा, तूंबा खड़केगा मेरे यारा, तूंबा खड़केगा। जद फसल मेरी पक जाएगी, जद फसल मेरी घर आएगी, जद फसल मेरी पक जाएगी, जद फसल मेरी घर आएगी। तूंबा खड़केगा मेरे यारा, तूंबा खड़केगा, तूंबा खड़केगा मेरे यारा, तूंबा खड़केगा। ओ अंबरा विच खलोतिया शीशे कोई लिशका, आ वेख फसला तू मेरिया सुगंधी भरे मेरे साथ। ए मेहनत दी करामात है, वेख मेरे हथ करा पत्ता लेके आ गई जिदे साहा च मेरे साथ। वो तूंबा खड़केगा मेरे यारा, तूंबा खड़केगा, तूंबा खड़केगा मेरे यारा, तूंबा खड़केगा। चेहरे ते खिड़ियां खुशियां वेख फसलां दी पा, ए फसल ही मेरी फर्द है, ए मेरी कुल गवाह। कुक मिट्टी दी फल दी हथ मेरे विच आ, तू चा अमरी ढकिया ते सियाड़ा दा मैं खुदा। वो तूंबा खड़केगा मेरे यारा, तूंबा खड़केगा, तूंबा खड़केगा मेरे यारा, तूंबा खड़केगा। जद मिट्टी वतर होएगी, बिजली दर्द नू धोएगी, जद मिट्टी वतर होएगी, बिजली दर्द नू धोएगी। फसल मेरी पक जाएगी, खुशबू मिट्टी चों आएगी, खुशबू मिट्टी चों आएगी। काली गगरी सुहानी पाएगी। वो तूंबा खड़केगा, तूंबा खड़केगा मेरे यारा, तूंबा खड़केगा, तूंबा खड़केगा मेरे यारा, तूंबा खड़केगा। हीरे आंख दी जोगिया झूठ बोले, कौन विछड़े यार मिलावदाई। की गल है, जीतां दा पापा सरदार बलकार सिंह बड़ा खुश नजर आउंदा है। क्यों मैं खुश नहीं हो सकता, पर सत्तों तैनू कदा पता लगा कि मैं खुश हां? सत्तों नू किद्दां पता लगना है? 30 साल हो गए तेरे नाल रहिंदिया, मैनू तो तेरी तौर तो ही पता लग जांदा है बई तू खुश है कि किसे नाल गुस्से है, किसे ते वट चढ़िया है कि नशा कीता है। ते जदों तू हीर गावें एदा तां पहलों ही पता लग जांदा है कि तू ज्यादा ही खुश है। हाँ सत्तो मैं बड़ा ही खुश हां। आ वेख मेरी फसल 5 किले अपनी ते 3 किले ठेके वालियां दी, ते ਜਿਹੜੀ ਅਸੀਂ बासमती बीजी पिछले साल ਉਹ ਦਿੱਲੀ ਵਾਲੀ ਵੇਖ ਕਿੱਡੀ ਸੋਹਣੀ ਖੁਸ਼ਬੂ ਆਉਂਦੀ ਬਈ ਰੂਹ ਖੁਸ਼ ਹੋ ਜਾਂਦੀ। ਤੇ ਪਿਛਲੇ ਸਾਲ ਭਾਅ ਵੀ ਕਿੰਨਾ ਲੱਗਿਆ ਸੀ, 3000 ਰੁਪਏ ਕੁਇੰਟਲ ਦਾ ਮਿਲਿਆ ਸੀ, ਤੇ ਐਰਕੀ ਵੀ ਖਰੇ ਇੰਨਾ ਕੁ ਮਿਲੂ ਜਾਂ ਇਹ ਤੋਂ ਵੱਧ। ਸੱਤੋ ਫਸਲ ਭਾਵੇਂ ਆਪਣੀ ਥੋੜੀ ਹੈ, ਪਰ 4 ਪੈਸੇ ਤੇ ਘਰ ਆਉਣਗੇ ਨਾ। ਆਉਣਗੇ ਤੇ ਨੁਕਰਾਂ ਗੁੱਠਾਂ 'ਚ ਵੱਜ ਜਾਣਗੇ, ਕਦੀ ਪੈਸਾ ਬਚਿਆ ਹੱਥਾਂ 'ਚ, ਨਾਲੇ ਜਦੋਂ ਦਾ ਵੱਡਾ ਅੱਡ ਹੋਇਆ ਨਾ। ਉਹ ਚੰਗਾ ਹੋਇਆ ਅੱਡ ਹੋ ਗਿਆ ਉਹ, ਨਹੀਂ ਤੇ ਤੂੰ ਤੇ ਉਹਦੀ ਘਰ ਵਾਲੀ ਨਿੱਤ ਦਾ ਸੜੀ ਸਿਆਪਾ। ਨਾ ਮੇਰਾ ਕਦਾ ਸੜੀ ਸਿਆਪਾ, ਤੈਨੂੰ ਨਹੀਂ ਪਤਾ ਕਿੰਨੇ ਚਰਿੱਤਰਾਂ ਵਾਲੀ ਆ ਵੀ ਜਨਾਨੀ, ਕਿੱਦਾਂ ਉਹਨੇ ਮੇਰੇ ਮੁੰਡੇ ਤੇ ਪੱਟੂ ਪਾਇਆ ਹੋਇਆ। ਤੇ ਘੱਟ ਤੂੰ ਵੀ ਨਹੀਂ ਆ, ਉਹ ਤੋਂ 4 ਅੱਧੀਆਂ ਵਾਧੀ ਹੋਏਗੀ। ਉਹਦੇ ਹਰੇਕ ਕੰਮ ਦੇ ਵਿੱਚ ਕਨੂਆ ਕਰਦੀ ਰਹਿੰਦੀ। ਮੈਂ ਕਨੂਆ ਕੱਢਣ ਵਾਲੀ ਹੁੰਦੀ ਨਾ, ਇਹ ਘਰ ਨਾ ਵਸਦਾ। ਕਿੱਡਾ ਕੋੜਾ ਸੁਭਾਅ ਸੀ ਤੇਰੀ ਮਾਂ ਦਾ, ਕਿਸੇ ਨੂੰ ਦੇ ਪੈਰ ਨਹੀਂ ਸੀ ਲੱਗਣ ਦਿੰਦੀ ਹੁੰਦੀ। ਜਿੱਦਾਂ ਮੈਂ ਘਰ ਸੰਭਿਆ ਨਾ, ਮੈਨੂੰ ਹੀ ਪਤਾ ਆ। ਚੱਲ ਛੱਡ ਤੂੰ ਇਹਨਾਂ ਗੱਲਾਂ ਨੂੰ, ਮੈਨੂੰ ਇਹ ਦੱਸ ਵੀ ਤੂੰ ਅੱਜ ਬੜਾ ਖੁਸ਼ ਹੈ, ਕੱਲੀ ਫਸਲ ਤੋਂ ਤਾਂ ਤੂੰ ਇੰਨਾ ਖੁਸ਼ ਹੋ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ ਬਈ? ਸੱਤੋ ਤੈਨੂੰ ਯਾਦ ਆ ਜਦੋਂ ਆਪਣਾ ਨਵਾਂ ਵਿਆਹ ਹੋਇਆ ਸੀ, ਉਦੋਂ ਨਵੀਂ ਕਿਸਮ ਆਈ ਸੀ ਇਹ ਦਿੱਲੀ ਵਾਲੀ ਬਾਸਮਤੀ ਵਾਲੀ, ਕੀ ਨਾਂ ਸੀ ਇਹਦਾ, ਪੂਸਾ। ਇੱਕ ਤੇ ਕੁੜੀ ਆ ਮੇਰਾ
ਚੇਤਾ ਹੀ ਬੜਾ ਮਾੜਾ, ਕੋਈ ਯਾਦ ਨਹੀਂ ਰਹਿੰਦਾ। ਉਹ ਤੇ ਉਦੋਂ ਬਾਪੂ ਸਟੇਸ਼ਨ ਤੋਂ ਭਈਏ ਵੀ ਲੈਣ ਗਿਆ ਸੀ। ਉਹ ਵਰਾ ਭੁੱਲ ਸਕਦਾ ਕਿਸੇ ਨੂੰ? ਅੰਮ੍ਰਿਤਸਰ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਅਗਲਾ ਵਰਾ ਪੁਲਿਸ, ਮਿਲਟਰੀ, ਸੀਆਰਪੀ ਹਰ ਕਰਦੇ ਫਿਰਦੇ ਸੀ ਤੇ ਆ ਭਈਏ ਵੀ ਪੰਜਾਬ ਵਾਲਿਆਂ ਨੂੰ ਮੂੰਹ ਨਹੀਂ ਸੀ ਕਰਦੇ। ਬਿਲਕੁਲ। ਤੇ ਉਦੋਂ ਜਣਸਕਣੀ ਨਿਕਲੀ ਬਈ ਲੋੜੇ ਦਾ ਝਾੜ, ਆੜਤੀਏ ਤਾਰਾ ਚਾਂਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਸੀ। ਬੜਾ ਖੁਸ਼ ਹੋਇਆ ਸੀ। ਦੋਨੇ ਬਾਪੂ ਨੂੰ 2 ਬੋਤਲਾਂ ਸੌਫੀ ਦੀਆਂ ਦਿੱਤੀਆਂ ਸੀ। ਚੇਤਾ ਆ ਮੈਨੂੰ, ਤੇ ਤੂੰ ਵੀ ਟੋਨ ਹੋ ਕੇ ਘਰ ਆਇਆ ਸਾਂ ਤੇ ਅੱਧੀ ਬੋਤਲ ਤੇਰੀ ਕੰਡ ਵਿੱਚ ਵੀ ਸੀ। ਆਏ ਸਤੂ ਕੀ ਯਾਦ ਕਰਾਤਾ ਈ ਬਈ ਉਦੋਂ ਮੇਰਾ ਜੀ ਕਰਦਾ ਸੀ ਕਿ ਤੂੰ ਵੀ ਪੀਵੇਂ 2 ਹਾੜੇ ਤੇ ਫੇਰ ਪਿਛਲੇ ਅੰਦਰ ਆਪਾਂ ਦੋਵੇਂ। ਚੁੱਪ ਕਰ, ਛੱਡ ਪਰਾਂ ਤੀਵਰੇ ਪੁਰਾਣੀਆਂ ਗੱਲਾਂ। ਪਰ ਮੈਨੂੰ ਤੂੰ ਇਹ ਦੱਸ ਵੀ ਤੂੰ ਅੱਜ ਖੁਸ਼ ਕਿਹੜੀ ਗੱਲ ਤੋਂ ਹੈ? ਬਈ ਖੁਸ਼ ਆ ਆਪਣੀ ਫਸਲ ਵੇਖ ਕੇ। ਰਾਜ ਮੈਨੂੰ ਉਹ ਮਿਲਿਆ ਸੀ ਆਪਣਾ, ਉਹ ਭਲਾ ਮੰਗਦਾ ਜੱਟ, ਕੀ ਨਾ ਕੁੜੀ ਆ ਉਹਦਾ, ਉਹ ਜਿਹੜਾ ਡੇਰੇ ਤੇ ਰਹਿੰਦਾ, ਕੀ ਉਹ ਜੀਤਾ ਦੇ ਪਾਪਾ। ਤੈਨੂੰ ਹੁੰਦਾ ਕੀ ਜਾਂਦਾ ਆ ਪੁਰਾਣੀਆਂ ਗੱਲਾਂ ਤੇ ਤੈਨੂੰ ਸਾਰੀਆਂ ਚੇਤੇ ਨੇ ਤੇ ਅੱਜ ਕੱਲ ਹੋਈਆਂ ਗੱਲਾਂ ਤੋਂ ਭੁੱਲੀ ਜਾਂਦਾ। ਉਹ ਕਿਤੇ ਨਹੀਂ ਭੁੱਲਦਾ ਮੈਂ, ਮੇਰੀ ਜ਼ਬਾਨ ਤੇ ਨਾਂ ਆਉਂਦਿਆ ਉਹਦਾ, ਉਹ ਜਿਹਦੀ ਬੰਬੀ ਤੇ 2 ਟਾਲੀਆਂ ਵਾਂ ਸੱਤੋ ਆਪਣਾ ਉਹ ਵਰਿਆਮ ਸਿਓ। ਆਹੋ ਵਰਿਆਮ ਤੋਂ ਉਹ ਮਿਲਿਆ ਸੀ ਮੈਨੂੰ। ਬਈ ਉਹਦੀ ਰਿਸ਼ਤੇਦਾਰੀ ਹੈ ਨਾ ਆਪਣੇ ਜੀਤਾਂ ਦੇ ਸਹੁਰਿਆਂ ਦੇ ਪਿੰਡ। ਬੜੀਆਂ ਤਾਰੀਫਾਂ ਕਰਨ ਦੇ ਜੀਤਾਂ ਦੇ ਸਹੁਰਿਆਂ ਦੀਆਂ। ਆਂਦਾ ਸੀ ਵੀ ਮੁੰਡੇ ਨੇ ਘਰ ਦਾ ਮੂੰਹ ਮਾਂਦਰਾ ਹੀ ਬਦਲਦਾ, ਹੁਣ ਤੇ 2 ਕਿੱਲੇ ਹੋਰ ਬੈਲਿਆਂ ਨੂੰ ਫਿਰਦੇ ਆ। ਬੜੀ ਕਰਮਾਂ ਵਾਲੀ ਹੈ ਮੇਰੀ ਜੀਤਾ। 3 ਸਾਲ ਹੋ ਗਏ ਨੇ ਵਿਆਹ ਨੂੰ। ਹੁਣ ਤੇ ਮੈਂ ਚਾਹੁੰਦੀ ਆ ਕਿ ਛੇਤੀ ਇਹਦੇ ਕਾਗਜ਼ ਆ ਜਾਣ ਤੇ ਕੈਨੇਡਾ ਚਲੀ ਜਾਏ। ਉਹ ਚਲੇ ਜੂਗੀ, ਕਾਗਜ਼ਾਂ ਨੂੰ ਆਉਣ 'ਚ ਵਕਤ ਲੱਗਦਾ ਹੁੰਦਾ। ਆਪਣਾ ਹਰਪਾਲ ਤੋਂ ਨਜ਼ਰ ਨਹੀਂ ਆਉਂਦਿਆ ਪਾਲੀ ਨੂੰ ਤਾਂ 2 ਹਫ਼ਤੇ ਹੋਏ ਆਇਆ ਹੀ ਨੀਗਾ। ਅੱਜ ਸ਼ਨੀਚਰ ਆਇਆ ਤੇ ਮੈਂ ਤੇ ਆਪ ਡਿੱਕਣ ਡਈ ਆ। ਅੱਜ ਜੀਤਾਂ ਦੇ ਫੋਨ ਤੇ ਕੋਈ ਫੋਨ ਵੀ ਨਹੀਂ ਆਇਆ। ਹਾਂ ਤੇ ਜਾ ਚਾਹ ਬਣਾ ਤੂੰ ਜਰਾ। ਬਣਾਉਣੀ ਮੈਂ ਚਾਹ। ਆ ਸਾਡਾ ਪਾਲੀ ਵੇਖ ਲਓ, BA ਕਰ ਲਈ ਆ ਪਰ ਨੌਕਰੀ ਮਿਲੀ ਆ 4000 ਰੁਪਇਆ ਮਹੀਨਾ। ਭਾਈ ਹੁਣ ਤੇ ਵਾਹਿਗੁਰੂ ਦੀ ਅਰਦਾਸ ਹੈ ਕਿ ਛੇਤੀ ਜੀਤਾ ਕੈਨੇਡਾ ਜਾਵੇ ਤੇ ਮਗਰੇ ਇਹਨੂੰ ਵੀ ਬੁਲਾ ਲੈ। ਆਪਣੇ ਆਪ ਕੁਝ ਨਹੀਂ ਕਰਨ ਜੋਗੇ ਮੁੰਡੇ। ਉਹ ਤੂੰ ਕੰਜਰਾ ਚੰਗੀ ਤਰ੍ਹਾਂ ਪੜ੍ਹ ਹੀ ਲੈਂਦਾ, ਘੱਟਾ ਨਾ ਵੇ ਤੇ। ਵਰਿਆਮ ਤੋਂ ਦੀਆਂ ਗੱਲਾਂ ਸੁਣ ਕੇ ਭੋਰਾ ਚਿੱਤ ਖੜਿਆ, ਪਰ ਜਦੋਂ ਇਸ ਘਰ ਦੀ ਦਹਲੀਜ਼ ਲੰਘੋ ਨਾ ਫੇਰ ਸਾਲੀਆਂ ਉਹੀ ਮੁਸੀਬਤਾਂ ਯਾਦ ਆ ਜਾਂਦੀਆਂ। ਸੋਚਿਆ ਸੀ ਘਰ ਜਾਊਂਗਾ ਤੇ ਸੱਤਾਂ ਨੂੰ ਕਹੂੰਗਾ ਵੀ ਆਂਡਿਆਂ ਦੀ ਭੁਰਜੀ ਬਣਾ ਦੇ ਤੇ 2 ਹਾੜੇ ਲਾ ਲੂੰਗਾ, ਪਰ ਕਿੱਥੇ, ਸੱਤਾਂ ਵੀ ਕਿੱਥੇ ਪੀਣ ਦਿੰਦੀ ਆ ਮੈਨੂੰ। ਨਹੀਂ ਜੀਤਾ ਨੇ ਪਾਪਾ ਬਸ ਇੱਕੋ ਹੀ ਹਾੜਾ, ਉਹ ਵੀ ਸਟੀਲ ਦੇ ਗਲਾਸ 'ਚ। ਅਖੇ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਦੱਸ ਗੱਲ ਕਰਦਾ ਉਹ ਜਾਟੀ ਕਾਹਦਾ ਜਿਹੜਾ ਸ਼ਰਾਬ ਨਾ ਪੀਵੇ ਹੈ। ਲੈ ਵੀ ਬਲਕਾਰ ਸਿਆ ਸੱਤੋਂ ਦੇ ਆਉਣ ਤੋਂ ਪਹਿਲਾਂ ਸ਼ਰਾਬ ਪੀਣ ਨਾਲ ਜੱਟ ਬਣ ਲੱਗੇ ਨਾ ਤੇ ਜਣਾ ਖਣਾ ਹੀ ਜੱਟ ਬਣ ਜਾਏ। ਜੱਟ ਉਹ ਜਿਹਦੀ ਸ਼ਾਨ ਹੋਵੇ, ਜਿਹਦੀ ਪੱਗ ਦਾ ਤੁਰਲਾ ਉੱਚਾ ਹੋਵੇ। ਇਹ ਗੱਲ ਤੋਂ ਵੇ ਸੱਤੋਂ ਤੋਂ ਬਿਲਕੁਲ ਠੀਕ ਆਖੀ ਹੈ ਬਈ। ਜੱਟ ਉਹ ਜਿਹਦੀ ਸ਼ਾਨ ਹੋਵੇ, ਜਿਹਦੀ ਪੱਗ ਦਾ ਤੁਰਲਾ ਹੈ ਉੱਚਾ ਹੋਵੇ। ਉਹ ਸਰਦਾਰ ਬਲਕਾਰ ਸਿੰਘ ਜੀ ਘਰੇ ਹੋ? ਸੱਤੋਂ ਇਹ ਆਪਣੇ ਬੈਂਕ ਵਾਲੇ ਗੁਰਿੰਦਰ ਬਾਊ ਦੀ ਆਵਾਜ਼ ਲੱਗਦੀ ਮੈਨੂੰ। ਆਹੋ ਆਵਾਜ਼ ਤੇ ਉਹਦੀ ਆ। ਤੂੰ ਇਹਨਾਂ ਗੱਲਬਾਤ ਕਰ ਲੈ, ਮੈਂ ਇਹਦੇ ਮੱਥੇ ਨੂੰ ਲੱਗਣਾ। ਆਹਾ ਮੱਥੇ ਲੱਗਣਾ, ਕਿੱਥੇ ਜਾਵੇਂਗਾ? ਮੈਂ ਅੰਦਰ ਲੁਕ ਜਾਣਾ, ਟਰਕਾ ਦੇ ਨੂੰ ਜਾ ਹੋਗਾ ਜਾ। ਬਲਕਾਰ ਸਿੰਘ ਜੀ ਘਰੇ ਹੋ? ਕੌਣ ਹੈ ਜੀ? ਲੰਘਾਓ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇਹ ਬਲਕਾਰ ਸਿੰਘ ਹੋਣੀ ਕਿੱਥੇ ਨੇ? ਜੀ ਉਹ ਤੇ ਅਜੇ ਆਏ ਨਹੀਂ, ਪਰ ਤੁਸੀਂ ਦੱਸੋ ਕਿਵੇਂ ਆਉਣਾ ਹੋਇਆ ਭਾਜੀ? ਆਉਣਾ ਕੀ ਸੀ, ਉਧਰ ਦਲੀਪ ਸਿੰਘ ਹੁਣਾਂ ਵੱਲ ਆਇਆ ਸਾਂ। ਮੈਂ ਕਿਹਾ ਜੋ ਲੰਘਦਾ ਬਲਕਾਰ ਸਿੰਘ ਨੂੰ ਵੀ ਮਿਲ ਚੱਲਦੇ ਆ, ਗੱਲ ਕਰਨੀ ਸੀ ਉਹਦੇ ਨਾਲ। ਤੁਸੀਂ ਦੱਸੋ ਭਾਜੀ, ਮੈਂ ਤੁਹਾਡਾ ਸੁਨੇਹਾ ਦੇ ਦਿਆਂਗੀ। ਉਹ ਸੁਨਾਹ ਤੇ ਭੈਣ ਜੀ ਤੁਹਾਨੂੰ ਪਤਾ ਹੀ ਆ ਕਿ 3 ਸਾਲ ਹੋ ਗਏ ਤੁਸੀਂ ਕਰਜ਼ਾ ਲਿਆ ਹੈ, ਲਿਆ ਵੀ ਟਰੈਕਟਰ ਦੇ ਨਾਂ ਦੇ ਉੱਤੇ, ਤੇ ਉਹ ਤੁਸੀਂ ਏਜੰਸੀ ਵਾਲਿਆਂ ਨੂੰ ਰਲ ਕੇ ਤੇ ਟਰੈਕਟਰ ਪਹਿਲਾਂ ਕਿ ਹੋਰ ਨੂੰ ਫੜਾ ਦਿੱਤਾ। ਤਾਂ ਥੋਕਾ ਦਾ ਲਕਾਇਆ ਭਾਜੀ। ਆ ਟਰੈਕਟਰ ਦਾ ਤੇ ਐਵੇਂ ਨਾ ਹੀ ਸੀ। ਆ ਧੀ ਦੇ ਵਿਆਹ ਤੇ ਸਾਰਾ ਪੈਸਾ ਲਾ ਦਿੱਤਾ। ਮੇਰੇ ਖਿਆਲ 'ਚ ਛਮਾਈ ਕਿਸ਼ਤ ਜਾਂਦੀ ਆ ਨਾ? ਉਹ ਛਮਾਈ ਤੇ ਕਿਸ਼ਤ ਜਾਂਦੀ ਆ ਭੈਣ ਜੀ, ਪਰ ਪਿਛਲੀ ਵਾਰ ਵੀ ਕਹਿੰਦੇ ਸੀ ਉਹ ਫਸਲ ਖਰਾਬ ਹੋ ਗਈ ਆ ਜਾਂ ਪਤਾ ਨਹੀਂ ਨਹੀਂ। ਭਾਜੀ, ਫਸਲ ਤੇ ਖਰਾਬ ਨਹੀਂ ਸੀ ਹੋਈ। ਆ ਬੇਮੌਸਮੇ ਮੀਂਹ ਦਾ ਹੀ ਬੇੜਾ ਗਰਕ ਹੋ ਗਿਆ ਸੀ। ਉਹ ਕਿਸ਼ਤ ਤੇ ਤੁਸੀਂ ਦਿੱਤੀ, ਪਰ ਭੈਣ ਜੀ ਅੱਧੀ ਦਿੱਤੀ ਹੈ।
ਵੇਖੋ ਛਮਾਈ ਕਿਸ਼ਤ ਬਣਦੀ ਹੈ ਤੁਹਾਡੀ 72000 ਰੁਪਈਆ ਹੈ ਤੇ ਪਿਛਲੀ ਅੱਧੀ ਪਾ ਕੇ ਤੇ ਨਾਲ ਪਾ ਕੇ ਜੁਰਮਾਨਾ ਹੁਣ ਹੋ ਗਏ ਜੇ 1,12,000 ਰੁਪਈਆ 1,12,000 ਆਹੋ 1,12,000 ਹੀ ਕਰਜ਼ਾ ਵੀ ਤਾਂ ਤੁਸੀਂ 10 ਲੱਖ ਦਾ ਲਿਆ ਵਾ ਅਸੀਂ ਕੀ ਕਰਦੇ ਭਾਜੀ? ਮੁੰਡਾ ਕੈਨੇਡਾ ਤੋਂ ਆਇਆ ਸੀ, ਕਹਿੰਦੇ ਆ ਨਾ ਜੇ ਹਾਥੀਆਂ ਵਾਲਿਆਂ ਨਾਲ ਸਾਖ ਕਰੋ ਤੇ ਦਰਵਾਜ਼ੇ ਵੀ ਉੱਚੇ ਕਰਾਉਣੇ ਪੈਂਦੇ ਆ। 100 ਮੰਗਾ ਸੀ ਜੀ ਇਹਨਾਂ ਫੌਰਨ ਵਾਲਿਆਂ ਦੀਆਂ, ਆਹ ਗੱਲ ਏਦਾਂ ਕਰੋ, ਆਹ ਗੱਲ ਓਦਾਂ ਕਰੋ, ਰੋਟੀ ਚੰਗੀ ਹੋਵੇ ਵਧੀਆ। ਆਹ ਵੱਡੀ ਸਾਰੀ ਥਾਂ ਜਿੱਥੇ ਵਿਆਹ ਕੀਤਾ ਸੀ, ਤੁਸੀਂ ਵੀ ਤਾਂ ਭਾਜੀ ਆਏ ਸੋ। ਓਏ ਆਇਆ ਆਓ ਅੱਡੇ ਵਾਲੇ ਕਿੰਗ ਪੈਲੇਸ ਚ। ਹਾਂਜੀ ਭਾਈ, ਤੁਸੀਂ ਆਪ ਹੀ ਵੇਖਿਆ ਸੀ ਸਾਰਾ ਕੁਝ। ਭਾਜੀ ਆ ਕਿੰਨਾ ਕੁ ਬਚਦਾ ਸਾਡੇ ਵੱਲ ਹੁਣ? ਬਚਦਾ ਕੀ ਹੈ ਮੇਰੇ ਹਿਸਾਬ ਨਾਲ ਇਹ ਹੁਣੇ 7.5 ਲੱਖ ਰੁਪਈਆ ਜਾਂ 10-20 ਉੱਤੇ ਥੱਲੇ ਕਰ ਲੋ, ਹੋਰ ਕੀ ਹੈ। ਨਹੀਂ ਭਾਜੀ, ਤੁਹਾਨੂੰ ਭੁਲੇਖਾ ਲੱਗਾ ਜੀ, ਸਾਨੂੰ ਤੇ 3 ਸਾਲ ਹੋ ਗਏ ਕਿਸ਼ਤ ਮੋੜਦਿਆਂ। ਭੈਣ ਜੀ ਇਹ ਬੈਂਕਾਂ ਦੇ ਹਿਸਾਬ ਤਾਂ ਨਾ ਵੱਖਰੇ ਤਰ੍ਹਾਂ ਦੇ ਹੁੰਦੇ। ਸਭ ਤੋਂ ਪਹਿਲਾਂ ਇਹ ਸੂਦ ਕੱਟਦੇ ਨੇ, ਮੂਲ ਵਾਲੇ ਬਾਅਦ ਚ ਹੁੰਦੇ। ਉਹ ਕੋਈ ਨਹੀਂ 2-3 ਸਾਲਾਂ ਚ ਜਦੋਂ ਮੂਲ ਠਾ ਹੋਣ ਲੱਗ ਪਿਆ ਕਰਜ਼ਾ ਤੁਹਾਡਾ ਹੋ ਜਾਣਾ, ਹੋਰ ਕੀ ਹੈ। ਮੈਂ ਤੁਹਾਡੀ ਕੋਈ ਗੱਲ ਸਮਝੀ ਨਹੀਂ ਭਾਜੀ। ਉਹ ਭੈਣ ਜੀ ਸਿੱਧੇ ਹਿਸਾਬ ਆ ਹੈ 10 ਲੱਖ 10 ਸਾਲ ਦੀ ਮਿਆਦ ਤੇ ਤੁਸੀਂ ਲਿਆ। ਸਭ ਤੋਂ ਪਹਿਲਾਂ ਬੈਂਕ ਵਿਆਜ ਕਰਦਾ 10 ਸਾਲ ਦਾ, ਫਿਰ ਦੂਜੇ ਪਾਸੇ ਹੁੰਦਾ ਹੈ। ਉਹ ਮੈਂ ਤੇ ਦਲੀਪ ਸਿੰਘ ਹੋਣਾ ਵਾਲਾ ਆ, ਉਹਨਾਂ ਦਾ ਕੇਸ ਵੀ ਤੁਹਾਡੇ ਕੇਸ ਵਰਗਾ ਹੀ ਆ ਹੈ। ਦੱਸੋ ਪਿਛਲੀ ਕਿਸ਼ਤ ਨਹੀਂ ਦਿੱਤੀ, ਉਹ ਬੀਬੀ ਜੀ ਨੂੰ ਡੇਂਗੂ ਬੁਖਾਰ ਹੋ ਗਿਆ ਹੈ ਨਾ, ਡੇਂਗੂ ਬੁਖਾਰ ਹੋ ਗਿਆ ਤੇ ਕਿਸ਼ਤ ਹੀ ਨਹੀਂ ਦੇਣੀ ਹੈ। ਦੱਸੋ 3 ਵਾਰ ਆਇਆ ਉਹਨਾਂ ਦੇ ਵੱਲ, ਫੇਰ ਸਮਝਣ ਤੇ ਹੁਣ ਸਮਝ ਗਏ ਨੇ। ਕਹਿੰਦੇ ਆ ਭਾ ਐਰਕਾ ਨਾ ਕਿੱਲਾ ਬੈ ਕਰਕੇ ਨਾ ਸਾਰਾ ਕਰਜ਼ਾ ਹੀ ਖਤਮ ਕਰ ਦੇਣਾ, ਕਰਜ਼ਾ ਖਤਮ ਤੇ ਬੰਦਾ ਬਰੀ ਆਜ਼ਾਦ। ਹੋਰ ਕਿੱਲਾ ਵੇਚਣਗੇ? ਆਹੋ ਕਿੱਲਾ ਤੇ ਭੈਣ ਜੀ ਉਹਨਾਂ ਨੂੰ ਵੇਚਣਾ ਹੀ ਪੈਣਾ। ਉਹ ਮੁੰਡਾ ਤੇ ਉਹਨਾਂ ਦਾ ਉਹ ਤੇ ਡੱਕਾ ਬਣ ਕੇ ਦੂਰਾ ਨਹੀਂ ਕਰਦਾ। ਸੱਚੀ ਗੱਲ ਮੰਨਣਾ ਭੈਣ ਜੀ, ਆ 2-3 ਕਿੱਲਿਆਂ ਵਾਲਿਆਂ ਨੂੰ ਨਾ ਟਰੈਕਟਰ ਪੁੱਗਦੇ ਨਹੀਂ ਜੇ। ਹਾਂ ਗੱਲ ਤੇ ਤੁਹਾਡੀ ਠੀਕ ਆ ਭਾਜੀ। ਚਲੋ ਮੈਂ ਤੁਹਾਡਾ ਸੁਨੇਹਾ ਨਾ ਸਰਦਾਰ ਹੁਣਾਂ ਨੂੰ ਦੇ ਦਿਆਂਗੀ। ਹਾਂ ਜ਼ਰੂਰ ਦੇ ਦਿਓ ਹੈ, ਕਿਉਂਕਿ ਬੈਂਕ ਦਾ ਮਾਮਲਾ ਮੈਂ ਫਿਰ ਉੱਤੇ ਥੱਲੇ ਕੋਈ ਗੱਲ ਹੋ। ਚੰਗਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਚਲਾ ਗਿਆ। ਇਹ ਕੀ ਗੱਲ ਹੋਈ ਜੀਤਾਂ ਦੇ ਪਾਪਾ? ਅੰਦਰ ਲੋਕ ਕੇ ਬਹਿ ਜਾ, ਇਹ ਜਨਾਨੀ ਬਾਹਰਲੇ ਬੰਦੇ ਨਾਲ ਗੱਲ ਕਰਦੀ ਚੰਗੀ ਲੱਗਦੀ ਹੈ? ਇਹ ਕੀ ਮਰਦਾਂ ਵਾਲੀ ਗੱਲ ਨਹੀਂ ਹੋ। ਮੈਂ ਕੀ ਮਰਦਾਂ ਦੀ ਗੱਲ ਨਹੀਂ ਹੈ, ਮੈਂ ਸਾਰੀਆਂ ਗੱਲਾਂ ਸੁਣ ਲੀਆਂ ਭੈਣ ਦੀਆਂ। ਜੀ ਕਰਦਾ ਹੀ ਡਾਂਗ ਮਾਰ ਕੇ ਸਿਰਫ ਇਹਦੇ ਸਾਲੇ ਮੇਰੇ ਦਾ। ਹਾਂ ਮਾਰ ਡਾਂਗ, ਹੋਰ ਸਿਆਪਾ ਪਵੇ। ਸੁਣ ਲਈ ਨਾ ਕਿੰਨੀ ਕਿਸ਼ਤ ਦੱਸ ਕੇ ਗਿਆ ਵਾ। ਸੁਣ ਲਿਆ, ਪਰ ਉਹ ਸਾਲਾ ਮੇਰਾ ਕਿਤੇ ਹੋਰ ਹੀ ਬੋਲਣ ਡਿਆ ਹੈ। ਕਿਤੇ ਹੋਰ ਹੀ ਬੋਲਣ ਡਿਆ ਸੀ। ਤੇ ਤੂੰ ਸਮਝੀ ਨਹੀਂ, ਸਾਲਾ ਸਾਨੂੰ ਦਲੀਪੀ ਹੋਣਾ ਨਾਲ ਵੇਚਣ ਡਿਆ ਸੀ। ਓਏ ਉਹ ਸਾਰੇ ਜਿੱਲਰ ਦੇ ਜੱਟ ਕੰਮ ਚੋਰ ਹੈ। ਉਹ ਮੈਂ ਧੀ ਵਿਆਹੀ ਆ ਕੈਨੇਡਾ ਵਾਲਿਆਂ ਦੇ, ਤੇ ਦਲੀਪੇ ਹੋਰਾਂ ਦੇ ਪੂਰੇ ਟੱਬਰ ਤੋਂ ਦੁਗਣਾ ਕੰਮ ਕਰਦਾ ਮੈਂ। ਤੇ ਸ਼ਰਾਬ ਵੀ ਤੂੰ ਹੀ ਡੱਬਦਾ ਹੈ, ਅੰਦਰ ਵੜ ਕੇ ਪੀ ਆਇਆ ਨਾ। ਇਹ ਸ਼ਰਾਬ ਨਹੀਂ ਛੱਡਦਾ ਤੈਨੂੰ ਕਿਸੇ ਪਾਸੇ ਜੋਗਾ। ਉਹ ਕਿਤੇ ਨਹੀਂ ਪੀਤੀ, ਮੈਂ 2 ਘੁੱਟ ਲਾਏ ਆ। 2 ਘੁੱਟ ਲਾਇਆ, ਪੈਰ ਤੇ ਵੇਖ ਕਿੱਦਾਂ ਛਿੜਕਣ ਡਿਆ ਤੇਰੇ। ਤੇ ਫਿਰ ਕੀ ਹੋਇਆ, ਅੰਦਰ ਵੜ ਕੇ ਪੀਣਾ, ਕਿਤੇ ਬਾਹਰ ਨਹੀਂ ਚਿਲ ਖਲਾਰਦਾ ਫਿਰਦਾ। ਤੇ ਉਹ ਵੀ ਕਰਕੇ ਵੇਖ ਲਾ ਕੋਰੇ, ਉਹ ਵੀ ਕਿਹੜੇ ਵੇਲੇ ਸੀ ਜਦੋਂ ਤੈਨੂੰ ਇਹ ਝੱਸ ਪੈ ਗਿਆ ਅੰਦਰ ਵੜ ਕੇ ਪੀਣ ਦਾ। ਨਾ ਸੱਤੋ, ਉਹ ਵੇਲੇ ਯਾਦ ਨਾ ਕਰਾ। ਵੱਡਾ ਭਰਾ ਖਾੜਕੂ ਨਾਲ ਰਲ ਗਿਆ, ਤੇ ਫਿਰ ਪੁਲਸੀਆਂ ਨੇ ਰਲ ਕੇ ਉਹ ਬਾਪ ਕੀਤੀ ਭਾਪੇ ਦੀ ਘਰ ਰੱਬ ਦਾ ਨਾਮ। ਪੁਲਿਸ ਤਾਂ ਮੈਨੂੰ ਵੀ ਫੜ ਕੇ ਲੈ ਗਈ। ਇਹ ਤੇ ਭਲਾ ਹੋਵੇ ਸਰਦਾਰ ਅਜਾਇਬ ਸੋ ਹੋਰਾਂ ਦਾ ਤੇ ਆਰਤੀ ਤਾਰਾ ਚੱਲਦਾ, ਉਹਨਾਂ ਨੇ ਬੰਦੇ ਪਾ ਕੇ ਛੜਾਇਆ ਮੈਨੂੰ। ਨਹੀਂ ਤਾਂ ਪੁਲਿਸ ਨੇ ਮੇਰਾ ਮੁਕਾਬਲਾ ਬਣਾ ਕੇ ਮੈਨੂੰ ਮਾਰ ਦੇਣਾ ਸੀ, ਤੇ ਬਾਅਦ ਚੋਂ ਖਬਰ ਆਉਣੀ ਸੀ ਕਿ ਖਾੜਕੂ ਬਚਿੱਤਰ ਸਿੰਘ ਦਾ ਭਰਾ ਖਾੜਕੂ ਬਲਕਾਰ ਸਿੰਘ ਮਾਰਿਆ ਗਿਆ। ਮੇਰੇ ਅੰਦਰ ਤੇ ਡਿਆਸੀ ਪੈ ਗਈ ਸੀ। ਹਾਂ ਪਰ ਗਰਮੀ ਦੇ ਵਿੱਚ ਵੀ ਅੰਦਰ ਵੜ ਕੇ ਸੌਂਦਾ ਸੀ, ਨੀਂਦ ਨਹੀਂ ਸੀ ਆਉਂਦੀ, ਘੜੀ ਮੁੜੀ ਪੀਂਦਾ ਸੀ, ਤੇ ਹੁਣ ਵੀ ਨੀਂਦ ਵਿੱਚ ਬੜਬੜਾਉਂਦਾ ਰਹਿਣਾ ਹੈ। ਉਹ ਕਿਤੇ ਨਹੀਂ ਪੁੜ ਬਣਾਉਂਦਾ ਮੈਂ, ਉਹ ਜੱਟ ਹਾਲੇ ਵੀ ਕਾਇਮ ਆ। ਬਸ ਸੱਤੋ ਇੱਕ ਵਾਰੀ ਮੇਰੇ ਧੀ ਪੁੱਤ ਕੈਨੇਡਾ ਚਲੇ ਜਾਣਾ, ਫੇਰ ਵੇਖੀ ਮੈਂ ਪੂਰੇ ਟੱਬਰ ਦੀ ਇਹੋ ਜਿਹੀ ਭੰਬੀਰੀ ਘਮਾਉਂਦਾ ਨਾ ਵੀ ਸਾਰੇ ਯਾਦ ਰੱਖਣਗੇ। ਵੇਖੀ ਸਹੀ। ਸਤਿ ਸ਼੍ਰੀ ਅਕਾਲ ਬੀਬੀ। ਸਤਿ ਸ਼੍ਰੀ ਅਕਾਲ ਪਾਪਾ। ਸਤਿ ਸ਼੍ਰੀ ਅਕਾਲ ਪਾਲੀ ਪੁੱਤ। ਗੱਲ ਸੁਣ, ਇੰਨੇ ਦਿਨਾਂ ਪਿੱਛੋਂ ਨਾ ਕੋਈ ਗੱਲ ਨਾ ਕੋਈ ਬਾਤ ਹੈ। ਪਾਪਾ ਮੈਂ ਤੁਹਾਨੂੰ ਇਹ ਗੱਲ ਕਹਿ ਦਵਾਂ, ਮੈਂ ਕੈਨੇਡਾ ਕੋਈ ਨਹੀਂ ਜਾਣਾ। ਹੈ ਕੈਨੇਡਾ ਨਹੀਂ ਜਾਣਾ? ਉਹ ਕਾਕਾ ਲੋਕੀ ਕਿੱਲਿਆਂ ਦੇ ਕਿੱਲੇ ਵੇਚ ਕੇ ਲੱਖਾਂ ਰੁਪਏ ਚੁੱਕੀ ਫਿਰਦੇ, ਏਜੰਟਾਂ ਦੇ ਪੈਰਾਂ 'ਚ ਧਰਦੇ ਫਿਰਦੇ, ਗਲਤ ਮਲ ਦੇਸ਼ਾਂ 'ਚ ਧੱਕੇ ਖਾਂਦੇ ਫਿਰਦੇ ਆ, ਤੇ ਤੂੰ ਨਾ ਮੈਂ ਕੈਨੇਡਾ ਨਹੀਂ ਜਾਣਾ।
ਓਏ ਪੁੱਤ ਸ਼ੁਕਰ ਕਰ, ਉਹ ਕੈਨੇਡਾ ਵਾਲੇ ਮੁੰਡੇ ਨੂੰ ਆਂਟੀ ਜੀਤਾਂ ਪਸੰਦ ਆ ਗਈ ਆ। ਉਹ ਆ ਗਈ ਹੈ ਤੇ ਚੰਗਾ ਹੋਇਆ ਫਿਰ, ਉਹ ਜਾਏ ਨਾ ਕੈਨੇਡਾ, ਐਸ਼ ਕਰੇ। ਵੇ ਅਸੀਂ ਤੇ ਕੁੜੀ ਵਿਆਹੀ ਐਸੇ ਕਰਕੇ ਆ ਵੀ ਤੂੰ ਵੀ ਉਹਦੇ ਪਿੱਛੇ ਪਿੱਛੇ ਚੱਲਿਆ ਜਾਵੇਂ। ਬੀਬੀ ਮੈਂ ਕਿਤੇ ਨਹੀਂ ਜਾਣਾ, ਮੈਂ ਇੱਥੇ ਰਹਿਣਾ ਜੇ। ਇੱਥੇ ਰਹਿਣਾ ਆ ਤੇ ਅਜਾ ਕੁੜੀ ਦੇ ਵਿਆਹ ਤੇ ਕਰਜ਼ਾ ਲਿਆ ਉਹ ਲਾਉਣਾ ਨਹੀਂਗਾ। ਆ ਬੈਂਕ ਵਾਲਾ ਹੁਣੇ ਆਇਆ ਸੀ, ਕਿਸ਼ਤ ਦੱਸ ਕੇ ਗਿਆ ਈ, ਐਡੀ ਕਿਸ਼ਤ ਆ। ਵੇਖ ਕਾਕਾ, ਨੌਕਰੀ ਤੇਰੀ ਕੱਖਾਂ ਤੋਂ ਹੌਲੀ ਹੈ। 8 ਕਿੱਲੇ ਆਉਣੀ ਪੈਲੀ, ਤੁਹਾਡੇ 2 ਭਰਾਵਾਂ ਦੇ ਹਿੱਸੇ 4-4 ਕਿੱਲੇ ਆਉਣੀ ਹੈ। ਤੂੰ ਤਾਂ ਪੁੱਤ ਸਿਰ ਤੇ ਕਰਦਾ ਕਿੰਨਾ। ਉਹ ਜੋ ਮਰਜ਼ੀ ਹੋ ਜਾਏ ਬਾਪੂ, ਮੈਂ ਕੈਨੇਡਾ ਕਨੂਡਾ ਬਿਲਕੁਲ ਨਹੀਂ ਜਾਣਾ, ਮੈਂ ਇੱਥੇ ਰਹਿਣਾ ਜੇ ਬਸ। ਜਾਣਾ ਕਿੱਦਾਂ ਨਹੀਂ ਹੋਏ, ਕੈਨੇਡਾ ਤੇਰਾ ਪਿਓ ਵੀ ਜਾਊ। ਜੇ ਇਹੋ ਜਿਹੀ ਗੱਲ ਕੀਤੀ ਨਾ, ਮਾਰ ਮਾਰ ਛਿੱਤਰ ਤੇਰਾ ਸਿਰ ਪੁਲਾ ਕਰ ਦੂੰ ਮੈਂ। ਪਾਪਾ ਜੀ, ਬੀਬੀ ਜੀ ਆ ਕੇ ਵੇਖੋ ਵੇਖੋ ਵੱਡੇ ਵੀਰ ਨੂੰ ਕੀ ਹੋ ਗਿਆ ਜੇ। ਕੀ ਹੋ ਗਿਆ ਉਹਨੂੰ? ਮੈਂ ਵੱਡੇ ਵੀਰ ਵੱਲ ਗਈ ਸਾਂ, ਪਤਾ ਨਹੀਂ ਸ਼ਹਿਰੋਂ ਕੀ ਖਾ ਪੀ ਕੇ ਆਇਆ ਜੇ, ਮੂੰਦਾ ਹੋ ਕੇ ਪਿਆ, ਪੀਂਦਾ ਹੀ ਨਹੀਂ। ਤੈਨੂੰ ਤੇ ਪਤਾ ਹੀ ਆ ਬੀਬੀ ਵੱਡੇ ਵੀਰ ਦਾ, ਆ ਪਤਾ ਨਹੀਂ ਕੀ ਨਸ਼ੇ ਕਰਦਾ ਫਿਰਦਾ ਜੇ, ਚਿੱਟਾ ਜਿਹਾ ਕੈਪਸੂਲ ਜਿਹਾ, ਆ ਪਤਾ ਨਹੀਂ ਖੀਕੀ ਘੇਸਵਾ। ਜੀਤਾ ਲੋਕੀ ਤੇ ਇਹੋ ਕਹਿੰਦੇ ਆ ਵੀ ਇਹ ਨਸ਼ੇ ਵੀ ਤੁਹਾਡੇ ਤਾਇਆ ਜੀ ਦੀ ਛਤਰ ਛਾਇਆ ਹੇਠ ਆਉਂਦੇ ਆ। ਉਹ ਠੀਕ ਹੀ ਤਾਂ ਕਹਿੰਦੇ ਆ ਲੋਕੀ। ਆ ਹੋਰ ਸਾਡੇ ਤਾਏ ਦੇ ਕੋਲ ਆ ਟਰੈਕਟਰ ਟਰਾਲੀਆਂ ਜ਼ਮੀਨ ਜਾਇਦਾਦ, ਹੋਰ ਕਿੱਥੋਂ ਆਏ ਭਲਾ? ਪਾਲੀ ਜਾ ਭੱਜ ਕੇ ਪਹਿਲਾਂ ਅੱਡੇ ਤੋਂ ਡਾਕਟਰ ਸੱਦ ਕੇ ਲਿਆ। ਜਾ ਬਾਬਾ, ਜਾ ਚੱਲ ਚੱਲੀਏ ਵੇਖੀਏ। ਜੀਤਾ ਘਰੇ ਰਹੀ ਇਸ ਨੂੰ ਵੇਖ ਕੇ ਆਏ। देश पराए देश पराए देश पराए चलनी देश पराए देश पराए देश पराए देश पराए चलनी देश। ਹਾਲੇ ਤਾਂ ਮੈਂ ਮਾਪਿਆਂ ਦੇ ਘਰ ਬੈਠੀ ਆ, ਪਰ ਕੈਨੇਡਾ ਤੇ ਮੈਂ ਹੀ ਜਾਣਾ। ਮੈਂ ਜਾਣਾ ਤੇ ਵੀਰੇ ਪਾਲੀ ਨੂੰ ਨਾਲ ਲੈ ਕੇ ਜਾਣਾ। ਪਰ ਨਵੀ ਨੂੰ ਕਿੰਨਾ ਹੀ ਚਿਰ ਹੋ ਗਿਆ ਫੋਟੋ ਭੇਜੀਆਂ ਨੂੰ। ਪਰ ਥੋੜਾ ਚਿਰ ਪਹਿਲੇ ਤਾਂ ਜੀਨ ਭੇਜੀ ਸੀ ਤੇ ਆ ਜੈਕਟ। ਇਹ ਜੈਕਟ ਤੂੰ ਪਸੰਦ ਕੀਤੀ ਹੈ ਨਾ ਮੇਰੇ ਲਈ। ਤੇਰੀ ਮਹਿਕ ਆਉਂਦੀ ਇਸ ਜੈਕਟ 'ਚ। ਕਿੰਨੀ ਫੱਬੇਗੀ ਮੇਰੇ ਤੇ ਜੈਕਟ। ਨਵੀ ਮੇਰੇ ਤੋਂ 10-11 ਸਾਲ ਵੱਡਾ ਹੈ, ਪਰ ਫਿਰ ਕੀ, ਉਹ ਸੋਹਣਾ ਕਿੰਨਾ ਹੈ। ਉਹ ਸੋਹਣਾ ਆਏਗਾ ਤੇ ਮੈਨੂੰ ਉਹ ਸੋਹਣੇ ਦੇਸ਼ ਲੈ ਜਾਏਗਾ, ਤੇ ਫਿਰ ਮੈਂ ਉੱਥੇ ਜਾ ਕੇ ਬਹੁਤ ਸਾਰਾ ਕੰਮ ਕਰਾਂਗੀ ਜਾਨ ਮਾਰ ਕੇ। ਤੇ ਫਿਰ ਪਾਲੀ ਲਈ ਸੋਹਣੀ ਜਿਹੀ ਕੁੜੀ ਲੱਭਾਂਗੀ ਤੇ ਪਾਲੀ ਨੂੰ ਵੀ ਕੈਨੇਡਾ ਬੁਲਾ ਲਵਾਂਗੀ। ਹਾਏ ਮੇਰੇ ਰੱਬਾ, ਕਦ ਆਏਗਾ ਉਹ ਸੋਹਣਾ ਦਿਨ ਜਦੋਂ ਸਾਰੇ ਖੁਸ਼ ਹੋਣਗੇ। ਮਾਂ ਬਾਪੂ ਪ੍ਰੀਤੂ ਪਾ ਛੋਟਾ ਵੀਰ, ਹਾਂ ਸਭ ਖੁਸ਼ ਹੋਣਗੇ। ਮੈਂ ਤਾਂ ਕਹਿੰਨੀ ਆ ਮੈਂ ਖੁਸ਼ ਹੋਵਾਂ, ਮਾਂ ਬਾਪੂ ਖੁਸ਼ ਹੋਵਣ, ਸਾਰਾ ਜਹਾਨ ਖੁਸ਼ ਹੋਵੇ। ਖੁਸ਼ ਹੋਵਾਂ ਮੈਂ, ਖੁਸ਼ ਹੋਵਣ ਮਾਪੇ, ਖੁਸ਼ ਸਾਰਾ ਜਹਾਨ ਹੋਵੇ। ਖੁਸ਼ ਹੋਵੇ ਉਹ ਮਾਹਿਰ ਪਰਦੇਸੀ, ਉੱਚੀ ਉਸਦੀ ਸ਼ਾਨ ਹੋਵੇ। ਖੁਸ਼ ਹੋਵਣ ਸਖੀਆਂ ਸਹੇਲੀਆਂ, ਖੁਸ਼ ਕਲਮ ਕੱਲੀ ਚਾਨ ਹੋਵੇ। ਖੁਸ਼ੀਆਂ ਨਾਲ ਭਰ ਜਾਏ ਵੇੜਾ, ਖੁਸ਼ੀਆਂ ਦਾ ਕਮਸਾਨ ਹੋਵੇ। ਕੋਈ ਕਲੀ ਕਰਾ ਦੇ ਧਰਤੀ ਨੂੰ ਤੇ ਨੱਚਦਾ ਏ ਅਸਮਾਨ ਹੋਵੇ। ਹਾਂ, ਇਸ ਘਰ ਵਿੱਚ ਹੋਣਗੀਆਂ ਚੰਗੀਆਂ ਚੰਗੀਆਂ ਗੱਲਾਂ, ਮਾਂ ਦੀਆਂ ਬਾਤਾਂ ਜਈਆਂ, ਸ਼ਹਿਦ ਦੇ ਪਰੇ ਪਰੇ ਛੱਤਿਆਂ ਜਈਆਂ, ਮੁਸਕਰਾਉਂਦੇ ਹੋਏ ਪੱਤਿਆਂ ਜਈਆਂ, ਸੁਪਨਿਆਂ ਦੇ ਕਿੱਲੀਆਂ ਤੇ ਟੰਗੀਆਂ। ਹਾਂ, ਇਸ ਘਰ ਵਿੱਚ ਹੋਣਗੀਆਂ ਖੁਸ਼ੀਆਂ ਦੀਆਂ ਗੱਲਾਂ। ਪਰ ਨਵੀ ਮੈਨੂੰ ਫੋਨ ਕਿਉਂ ਨਹੀਂ ਕਰਦਾ? ਜਦ ਵੀ ਕਰਾਂ ਮੈਂ ਹੀ ਕਰਾਂ, ਹਰ ਵਾਰ ਇੱਕੋ ਗੱਲ, ਵਕਤ ਹੀ ਨਹੀਂ ਹੈ। ਤੇ ਇੱਥੇ ਇਹ ਕਿ ਵਕਤ ਲੰਘਦਾ ਹੀ ਨਹੀਂ। ਕਹਿੰਦਾ ਸੀ ਕਿੰਨਾ ਸੋਹਣਾ ਦੇਸ਼ ਹੈ ਉਹ, ਐਡੀਆਂ ਚੌੜੀਆਂ ਚੌੜੀਆਂ ਸੜਕਾਂ, ਐਡੀਆਂ ਉੱਚੇ ਉੱਚੇ ਇਮਾਰਤਾਂ, ਤੇ ਸਿਆਲਾਂ 'ਚ ਬਰਫ ਹੀ ਬਰਫ। ਕਹਿੰਦਾ ਸੀ ਬਾਹਰ ਬਰਫ ਪੈਂਦੀ ਹੈ ਤੇ ਘਰ ਅੰਦਰੋਂ ਗਰਮ ਹੁੰਦੇ ਨੇ। ਪਰ ਨਵੀ ਮੈਨੂੰ ਲੈ ਕੇ ਕਿਉਂ ਨਹੀਂ ਜਾਂਦਾ? ਕਿੰਨਾ ਸੋਚਦੀ ਆ ਮੈਂ ਉਹਦੇ ਬਾਰੇ। ਪਰ ਕੋਈ ਨਾ ਉਹ ਸੋਹਣਾ ਦਿਨ ਆਏਗਾ, ਉਹ ਸੋਹਣਾ ਦਿਨ ਆਏਗਾ ਜਦ ਮੈਂ ਛੂ ਕਰਕੇ ਉੱਡ ਜਾਵਾਂਗੀ ਦੇਸ ਪਰਾਏ ਕੈਨੇਡਾ। ਚਿੜੀਆਂ ਦਾ ਚੰਬਾ ਉੱਡ ਜਾਣਾ ਦੇਸ
ਪਰਾਏ ਉਹ ਮਾਹੀ ਬੈਠਾ ਉੱਥੇ ਕੰਮ ਕਮਾਏ ਦੇਸ ਪਰਾਏ ਤਾਰੇ ਚਮਕਣ ਮਹਿਕਾਂ ਦੇ ਤਿਰਹਾਏ ਦੇਸ ਪਰਾਏ ਦੀ ਤਾਂਗ ਅਨੋਖੀ ਪਲਕਾਂ ਦੇ ਸੁਰਮਾਏ ਚਿੜੀਆਂ ਦਾ ਚੰਬਾ ਉੱਡ ਜਾਣਾ ਦੇਸ ਪਰਾਏ ਉੱਡ ਜਾਣਾ देश पराए देश पराए देश पराए चलनी देश पराए देश पराए देश पराए देश पराए चलनी देश पराए तेरे सुपने तेरी यारी जा मैं कांदे तरहाए फसल बेच के सुपना तेरा उड़ गया देश पराए नी चल 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 देश पराए ਜਮਾ ਹੀ ਨਾਸ ਕਰ ਲਿਆ ਪੀਤੂ ਨੇ ਆਪਣਾ। ਉਹ ਨਸ਼ੇ ਹੀ ਸਾਰੀ ਜ਼ਿੰਦਗੀ ਕੀਤੇ ਆ, ਪਰ ਕੀਤੇ ਢੰਗ ਦੇ। ਉਹ ਜੱਟ ਦਾ ਵੱਧ ਤੋਂ ਵੱਧ ਨਸ਼ਾ ਤੇ ਸ਼ਰਾਬ ਹੀ ਹੁੰਦਾ, ਪਰ ਆਹ ਚਿੱਟੀ ਦੀ ਸਵਾਹ ਤੇ ਕੈਪਸੂਲ ਇਹ ਕੌਣ ਲਿਆਉਂਦਾ ਪਿੰਡ ਦੇ ਵਿੱਚ? ਹਾਂ, ਮੇਰਾ ਭਰਾ, ਮੇਰਾ ਵੱਡਾ ਭਰਾ ਜਵਾਨੀ ਵੇਲੇ ਖਾੜਕੂਆਂ ਨਾਲ ਰਲ ਗਿਆ ਸੀ, ਤੇ ਫਿਰ ਉਹ ਘਰ ਦਾ ਬੇੜਾ ਗਰਕ ਹੋਇਆ ਤੇ ਰਹਿ ਰੱਬ ਦਾ ਨਾਮ, ਤੇ ਹੁਣ ਭੁੱਖੀ ਵੇਚਦਾ, ਫੀਮ ਵੇਚਦਾ, ਤੇ ਸਰਕਾਰੇ ਦਰਬਾਰੇ ਵੀ ਕਿੰਨੀ ਪਹੁੰਚ ਉਹਦੀ। ਛੱਡ ਭਰਾ ਜੀਤਾਂ ਦੇ ਪਾਪਾ, ਕੀ ਨੌਲਣ ਡਿਆ ਵੱਡੇ ਭਰਾ ਨੂੰ? ਨਾ ਨੌਲਾਣਾ ਤੇ ਹੋਰ ਕੀ ਕਰਾਂ, ਨਾਲੇ ਬਦਮਾਸ਼ੀ ਨਾਲੇ ਮੋਤਬਰੀ। ਮੇਰੇ ਪ੍ਰੀਤੂ ਨੂੰ ਇਹਨੇ ਨਸ਼ਿਆਂ ਤੇ ਲਾਇਆ। ਪ੍ਰੀਤੂ ਨੂੰ ਕੀ, ਪੂਰੇ ਪਿੰਡ ਦੇ ਮੁੰਡਿਆਂ ਨੂੰ ਇਹਨੇ ਨਸ਼ੇ ਤੇ ਲਾਇਆ। ਐਵੇਂ ਨਹੀਂ ਚੁਬਾਰੇ ਪੈ ਗਏ। ਤੂੰ ਸੜਦਾ ਹੈ ਉਹਦੇ ਤੋਂ? ਉਹ ਸੜਦੀ ਮੇਰੀ ਜੁੱਤੀ, ਉਹ ਮੈਂ ਧਾਰ ਨਹੀਂ ਮਾਰਦਾ ਇਹੋ ਜਿਹੇ ਚੁਬਾਰਿਆਂ ਤੇ। ਚਬਾਰੇ ਐਵੇਂ ਨਹੀਂ ਬਣਦੇ, ਅਗਲਾ ਸਿਰ ਤਲੀ ਤੇ ਧਰਨਾ ਜਾਣਦਾ ਹੈ। ਯਾਦ ਹੀ ਜਦੋਂ ਖਾੜਕੂਆਂ ਨਾ ਹੁੰਦਾ ਸੀ ਤੇ ਕਿੰਨੀ ਦਹਿਸ਼ਤ ਸੀ ਉਹਦੀ ਸਾਰੇ ਇਲਾਕੇ 'ਚ, ਤੇ ਤੂੰ ਤੇ ਆ ਬੈਂਕ ਵਾਲੇ ਤੋਂ ਹੀ ਡਰੀ ਜਾਂਦਾ ਹੈ। ਉਹ ਮੈਂ ਨਹੀਂ ਡਰਦਾ ਕਿਸੇ ਕੋਲੋਂ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਜੇ ਦੁਬਾਰਾ ਇਹੋ ਜਿਹੀ ਗੱਲ ਕੀਤੀ ਨਾ ਤੇ ਡਾਂਗ ਮਾਰ ਕੇ ਸਿਰ ਫੇਰੂ ਤੇਰਾ ਮੈਂ। ਆਏ ਹੈ, ਤੂੰ ਕੀ ਡਾਂਗ ਮਾਰਨੀ ਆ? ਹਾਲ ਤੇ ਵੇਖ ਆਪਣਾ, ਆ ਕਰਜ਼ਾ ਕਾਹਦਾ ਲੈ ਲਿਆ ਤੂੰ, ਤੇ ਦਿਨੋਂ ਦਿਨ ਕਿਰਦਾ ਹੀ ਜਾਣਾ ਹੈ। ਉਹ ਕਿਤੇ ਨਹੀਂ ਕਿਰਦਾ ਜਾਂਦਾ ਮੈਂ, ਪਰ ਸੱਤੋ ਮੈਂ ਕਈ ਵਾਰ ਸੋਚਦਾ ਕਿ ਅਸੀਂ ਠੀਕ ਕੀਤਾ ਇਹਨਾਂ ਕਰਜ਼ਾ ਲੈ ਕੇ। ਜੀਤਾਂ ਦੇ ਪਾਪਾ, ਜੇ ਕਰਜ਼ਾ ਨਾ ਲੈਂਦੇ ਤੇ ਧੀ ਦਾ ਵਿਆਹ ਕਿੱਦਾਂ ਕਰਦੇ? ਵਿਆਹ? ਉਹ ਸਾਲਾ ਵਿਆਹ ਹੀ ਅੱਜ ਕੱਲ ਵਿਆਹ ਨਹੀਂ ਹੁੰਦੇ ਸੱਤੋ, ਮੇਲਾ ਲੱਗਦਾ ਹੈ, ਮੇਲਾ, ਇੱਕ ਦਿਨ ਦਾ ਮੇਲਾ, ਉਹ ਵੀ ਝੂਠਾ, ਸਾਰੀ ਝੂਠੀ ਸ਼ਾਨੋ ਸ਼ੌਕਤ। ਤੇ ਉਸ ਸ਼ਾਨੋ ਸ਼ੌਕਤ ਲਈ ਲੱਖਾਂ ਰੁਪਏ ਫੂਕੇ ਜਾਂਦੇ ਨੇ, ਪਰ ਕੀ ਕਰੀਏ, ਕਰਨਾ ਪੈਂਦਾ ਹੈ, ਸਾਰੀ ਦੁਨੀਆ ਕਰਦੀ ਹੈ। ਮੈਨੂੰ ਤੇ ਹੁਣ ਹਰ ਵੇਲੇ ਤੇਰਾ ਹੀ ਫਿਕਰ ਲੱਗਾ ਰਹਿੰਦਾ ਹੈ। ਸੰਭਾਲ ਆਪਣੇ ਆਪ ਨੂੰ, ਜਾ ਅੰਦਰ ਜਾ ਕੇ ਆਰਾਮ ਨਾਲ ਲੰਮਾ ਪੈ ਜਾ, ਮੈਂ ਜਰਾ ਚਾਚੀ ਦਾ ਪਤਾ ਲੈ ਕੇ ਆਵਾਂ। ਸਭ ਤੋਂ ਠੀਕ ਕਹਿੰਦੀ ਹੈ, ਜਗ ਜਹਾਨ ਨਾਲ ਚੱਲਣਾ ਪੈਂਦਾ। ਬਈ ਧੀ ਦੇ ਵਿਆਹ ਤੇ ਕਰਜ਼ਾ ਲਿਆ ਕੋਈ ਗੁਨਾਹ ਥੋੜੀ ਕੀਤਾ, ਪਰ ਫੇਰ ਮੇਰਾ ਉਸ ਬੈਂਕ ਵਾਲੇ ਗੁਰਿੰਦਰ ਬਾਊ ਦੇ ਮੱਥੇ ਲੱਗਣ ਨੂੰ ਕਿਉਂ ਨਹੀਂ ਜੀ ਕਰਦਾ? ਕੀ ਮੈਂ ਡਰਦਾ ਉਹਦੇ ਕੋਲ? ਉਹ ਨਹੀਂ, ਜੱਟ ਨਹੀਂ ਡਰਦਾ ਕਿਸੇ ਕੋਲੋਂ, ਜੱਟ ਤੇ ਡਰਦਾ ਬਸ ਉਸ ਡਾਢੇ ਵਾਹਿਗੁਰੂ ਕੋਲੋਂ। ਹੈ ਵਾਹਿਗੁਰੂ, ਮੇਰੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ। ਸੁਲੱਖਣ ਸਿੰਘ ਨੂੰ ਮਿਲਣਾ ਅੱਜ, ਉਹਨੂੰ ਪੁੱਛਣਾ ਕਿ ਬਾਸਮਤੀ ਕੰਬਾਈਨ ਨਾਲ ਵਢਾਈਏ ਜਾਂ ਫਿਰ ਭਈਆ ਕੋਲੋਂ। ਪਰ ਭਈਏ ਸਾਲੇ ਵੀ ਕਿੱਥੇ ਮਿਲਦੇ ਅੱਜ ਕੱਲ, ਸਿਰ ਤੇ ਬੜਾ ਚੜਦੇ, ਨਖਰੇ ਕਰੀ ਜਾਂਦੇ। ਇੱਕ ਭਈਆ ਹੁੰਦਾ ਸੀ, 4 ਸਾਲ ਮੇਰੇ ਕੋਲ ਰਿਹਾ, ਬੜਾ ਨੱਠ ਭੱਜ ਕੇ ਕੰਮ ਕਰਦਾ ਸੀ। ਕੀ ਨਾ ਸੀ, ਕੁੜੀ ਆ ਉਹਦਾ। ਇੱਕ ਤਾਂ ਸਾਲਾ ਮੇਰਾ ਚੇਤਾ ਹੀ ਬੜਾ ਮਾੜਾ ਹੋ ਗਿਆ, ਕੁਝ ਯਾਦ ਨਹੀਂ ਰਹਿੰਦਾ। ਕੀ ਨਾ ਸੀ,
ਜੀਤਾ ਕੀ ਹੁੰਦਾ ਜਾਂਦਾ ਹੈ ਤੇਰੇ ਪਾਪੇ ਨੂੰ? ਕੀ ਹੁੰਦਾ ਜਾਂਦਾ ਬੀਬੀ? ਨਹੀਂ ਗੱਲਾਂ ਗੱਲਾਂ 'ਚ ਗੱਲ ਹੀ ਭੁੱਲ ਜਾਊ ਤੇ ਫੇਰ ਮੈਨੂੰ ਪੁੱਛੂਗਾ ਮੈਂ ਕੀ ਗੱਲ ਕਰਨ ਡਿਆ ਸਾਂ। ਬੁੱਢਾ ਹੋ ਗਿਆ ਏ। ਐਵੇਂ ਬੁੱਢਾ ਹੋ ਗਿਆ 55 ਸਾਲਾਂ ਦਾ ਹੈ ਡੈਡੀ। ਉਹਦੇ ਨਾਲੋਂ ਜ਼ਿਆਦਾ ਬੁੱਢੀ ਤੇ ਤੂੰ ਲੱਗਦੀ ਆ। ਆ ਵੇਖਾਂ ਸਾਰੇ ਵਾਲ ਚਿੱਟੇ ਹੋ ਗਏ। ਕਿੰਨੀ ਵਾਰੀ ਆਖਿਆ ਵੀ ਮਹਿੰਦੀ ਮੁੰਦੀ ਲਾ ਲਿਆ ਕਰ। ਨਹੀਂ ਚੁੱਪ ਕਰ, ਹੁਣ ਮੈਂ ਸ਼ਹਿਰ ਨਾ ਵਾਂਗੂ ਝਾਟਾ ਰੰਗਾ। ਸ਼ਹਿਰ ਨਾ ਵਾਂਗੂ ਕਿਉਂ? ਆ ਨੁੱਕਰ ਵਾਲਿਆਂ ਦੀ ਨੋਹ ਨਹੀਂ ਲਾਉਂਦੀ। ਨਹੀਂ ਉਹਦੀ ਗੱਲ ਹੋਰ ਹੈ, ਉਹ ਪੜ੍ਹੀ ਲਿਖੀ ਹੈ, ਨੌਕਰੀ ਕਰਦੀ ਹੈ। ਲੈ ਬੀਬੀ 7 ਜਮਾਤਾਂ ਤੇ ਤੂੰ ਵੀ ਪੜ੍ਹੀ ਹੈ। ਹਾਏ ਹਾਏ ਨਹੀਂ ਉਹ ਵੀ ਕੋਈ ਪੜ੍ਹਨਾ ਸੀ, ਸਾਨੂੰ ਤਾਂ ਕਿਸੇ ਨੇ ਕੁਝ ਦੱਸਿਆ ਹੀ ਨਾ, ਨਾ ਮਾਂ ਪਿਓ ਨੇ ਤੇ ਨਾ ਆ ਮਾਸਟਰਾਂ ਨੇ। ਮਾਸਟਰ ਗਰਕ ਹੋਣੇ ਵੀ ਕਿਹੜਾ ਸਕੂਲੇ ਵੜਦੇ ਹੁੰਦੇ ਸੀ। ਸਾਡੇ ਪਿੰਡ ਦੀ ਤੇ ਇੱਕ ਕੁੜੀ ਪੜ੍ਹੀ ਮਲਕੀਤ ਜੈਲਦਾਰਾਂ ਦੀ ਧੀ, ਤੇ ਅਜੇ ਵੀ ਕਿਸੇ ਸਕੂਲ 'ਚ ਹੈੱਡ ਮਾਸਟਰ ਨਹੀਂ ਲੱਗੀ ਹੈ। ਨਹੀਂ ਕਾਰ ਤੇ ਜਾਂਦੀ ਹੈ। ਤੇਰੇ ਵੱਡੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਮੈਂ ਵੇਖੀ, ਉਹ ਤੇ ਜਵਾਨ ਲੱਗਦੀ ਹੈ। ਨਹੀਂ ਉਹਨੇ ਤੇ ਮੈਨੂੰ ਪਛਾਣਿਆ ਹੀ ਨਾ। ਲੈ ਬੀਬੀ ਕੁਝ ਲੋਕ ਏਦਾਂ ਦੇ ਹੀ ਹੁੰਦੇ ਆ। ਨਹੀਂ ਉਹ ਤੇ ਕਾਰ ਤੇ ਬਹਿ ਕੇ ਚਲੀ ਗਈ ਤੇ ਮੈਂ ਸੋਚਦੀ ਰਹੀ, ਨਹੀਂ ਹਾਏ ਹਾਏ ਮਲਕੀਤ, ਨਹੀਂ ਇੱਕੋ ਸਕੂਲ ਤੇ ਇੱਕੋ ਜਮਾਤ 'ਚ ਪੜ੍ਹਦੀਆਂ ਸਾਂ ਤੇ ਹੁਣ ਇੰਨਾ ਫਰਕ। ਬੀਬੀ ਪਹਿਲਾਂ ਵੀ ਫਰਕ ਸੀ, ਉਹ ਜੈਲਦਾਰਾਂ ਦੀ ਧੀ ਸੀ। ਨਹੀਂ ਮਲਕੀਤ ਨੂੰ ਛੱਡ ਕੇ ਤੇ ਮੇਰੀਆਂ ਸਾਰੀਆਂ ਜਮਾਤਾਂ ਛੋਟੇ ਮੋਟੇ ਜੱਟਾਂ ਨਾਲ ਵਿਆਹੀਆਂ ਗਈਆਂ। ਕਈ ਵਾਰੀ ਤੇ ਮੈਂ ਸੋਚਦੀ ਆ ਵੀ ਜੇ ਸਾਰੀਆਂ ਨੂੰ ਇਕੱਠਿਆਂ ਕਰਕੇ ਇੱਕ ਥਾਂ ਤੇ ਬਿਠਾਓ ਤੇ ਕਿੱਦਾਂ ਦਾ ਲੱਗੂਗਾ। ਧੌਲੇ ਝਾਟੇ, ਖੁਰੇ ਹੋਏ ਸਰੀਰ, ਇਉਂ ਲੱਗੇਗਾ ਜਿਵੇਂ ਕੋਈ ਚੰਗੀ ਭਲੀ ਫਸਲ ਮਾਰੀ ਗਈ ਹੋਵੇ, ਲੂਸ ਕੀ ਹੋਵੇ, ਖੜੀ ਖੜੋਤੀ। ਹਾਏ ਬੀਬੀ ਕਿੱਦਾਂ ਦੀਆਂ ਗੱਲਾਂ ਕਰਨ ਡਈ? ਨਹੀਂ ਕਿੱਦਾਂ ਦੀਆਂ ਗੱਲਾਂ ਕਰਨੀਆਂ ਧੀਏ। ਕਈ ਵਾਰੀ ਤੇ ਮੈਂ ਸੋਚਦੀ ਆ ਵੀ ਮੇਰੇ ਕੋਲ ਕੀ ਨਹੀਂ, 2 ਪੁੱਤ ਤੇ ਤੇਰੇ ਵਰਗੀ ਸੁਗੜ ਸਿਆਣੀ ਧੀ। ਤੇ ਕਈ ਵਾਰ ਮੇਰੇ ਚੇਤਿਆਂ 'ਚ ਸਿਆਲ ਦਾ ਉਹ ਦਿਨ ਵਾਰ-ਵਾਰ ਆਉਂਦਾ ਹੈ। ਚੰਗੀ ਧੁੱਪ ਖਿੜੀ ਸੀ ਤੇ ਉਹ ਵਿਹੜੇ ਦੇ ਵਿੱਚ ਤੇਰਾ ਪਾਪਾ ਮੰਜੀ ਢਾ ਕੇ ਬੈਠਾ ਸੀ ਤੇ ਤੁਸੀਂ ਤਿੰਨੇ ਭੈਣ ਭਰਾ ਉਹਦੇ ਆਲੇ ਦੁਆਲੇ ਤੇ ਉਹ ਗੁੱਠ ਦੇ ਵਿੱਚ 2 ਬੂਰੀਆਂ ਮੱਝਾਂ ਤੇ ਇੱਕ ਗਾਂ ਬੱਝੀ ਸੀ। ਮੈਨੂੰ ਇਉਂ ਲੱਗੇ ਜਿਵੇਂ ਤੇਰਾ ਪਾਪਾ ਕੋਈ ਬਾਦਸ਼ਾਹ ਹੋਵੇ ਤੇ ਮੈਂ ਕੋਈ ਰਾਣੀ। ਤੂੰ ਅੱਜ ਵੀ ਰਾਣੀ ਹੈ ਮੇਰੀ ਮਾਏ। ਨੇ ਕਾਦੀ ਰਾਣੀ? ਇਹ ਜੀਣਾ ਵੀ ਕੋਈ ਜੀਣਾ ਹੈ। ਮਾਪਿਆਂ ਨੇ ਜਿੱਥੇ ਚਾਹਿਆ ਉੱਥੇ ਵਿਆਹ ਤਾ ਤੇ ਉਹ ਬੰਦਾ ਮੇਰੀ ਜ਼ਿੰਦਗੀ ਬਣ ਕੇ ਰਹਿ ਗਿਆ। ਉਹਦੀ ਵੀ ਕੀ ਹੱਸਦੀ ਹੈ। ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦਾ ਰਹੇ, ਫਸਲਾਂ ਉਗਾਉਂਦਾ, ਹਰ ਫਸਲ ਦੇ ਨਾਲ ਨਵੀਆਂ ਗੱਲਾਂ ਤੇ ਨਵੇਂ ਸੁਪਨੇ, ਪੋਦੀ ਵਾਰੀ ਚਿੰਤਾ, ਕਰਜ਼ੇ ਦਾ ਸਿਆਪਾ ਤੇ ਮਾੜੀਆਂ ਸੋਚਾਂ। ਮਾੜੀਆਂ ਸੋਚਾਂ ਤੂੰ ਕਿਉਂ ਸੋਚਣੀਆਂ ਨੇ ਬੀਬੀ? ਤੂੰ ਚੰਗੀਆਂ ਗੱਲਾਂ ਸੋਚਿਆ ਕਰ। ਚੰਗੀਆਂ ਸੋਚਾਂ ਮੈਂ ਸੋਚਾਂ ਤੇ ਤੂੰ ਇਹ ਕੱਲ ਕਿੰਨਾ ਕਰ ਪਾਇਆ ਤੂੰ ਆਪਣੇ ਪਿਓ ਨੂੰ? ਨਾ ਮੈਂ ਹੁਣ ਕੀ ਕਹਿਣ ਨੂੰ? ਤੂੰ ਕਿਹਾ ਨਹੀਂ ਕਿ ਮੈਂ ਨਹੀਂ ਕੈਨੇਡਾ ਜਾਣਾ। ਆਹੋ ਤਾਂ ਮੈਂ ਨਹੀਂ ਜਾਣਾ ਕੈਨੇਡਾ, ਮੈਂ ਇੱਥੇ ਹੀ ਰਹਿਣਾ। ਚੁੱਪ ਕਰ, ਚਪੇੜ ਮਾਰ ਕੇ ਮੂੰਹ ਭੰਨ ਦੂੰਗੀ। ਕੈਨੇਡਾ ਨਹੀਂ ਜਾਣਾ ਵੀ ਉਹਦੇ ਸਿਰ ਤੇ ਕੈਨੇਡਾ ਚੜ ਗਿਆ ਤੇ ਤੇਰੇ ਸਿਰ ਤੇ ਸ਼ਹਿਰ ਚੜ ਗਿਆ। ਖਰੇ ਸ਼ਹਿਰ ਨੇ ਤੈਨੂੰ ਕੀ ਕਰ ਦਿੱਤਾ? ਅਬਾ ਤਬਾ ਬੋਲਦਾ ਨਹੀਂ ਨਾ ਹਰ ਵੇਲੇ। ਤਬਾ ਮੈਂ ਨਹੀਂ, ਤੂੰ ਬੋਲ ਰਹੀ ਬੀਬੀ। ਨਾਲੇ ਸ਼ਹਿਰ ਨਹੀਂ ਤਾਂ ਮੈਨੂੰ ਸਿਖਾਇਆ ਕਿ ਜੀਵੀ ਦਾ ਕਿੱਦਾਂ। ਨਾਲੇ ਤੁਹਾਨੂੰ ਲੋਕਾਂ ਨੂੰ ਕੀ ਪਤਾ ਸ਼ਹਿਰ ਕੀ ਹੁੰਦਾ। ਬੰਦਾ ਚੱਜ ਦੀ ਗੱਲ ਕਰਦਾ ਹੈ, ਆਖੇ ਮੈਂ ਕੈਨੇਡਾ ਨਹੀਂ ਜਾਣਾ, ਇੱਥੇ ਰਹਿਣਾ, ਇੱਥੇ ਰਹਿ ਕੇ ਨੇ ਭੁੱਖਾ ਮਰਨਾ ਹੈ। ਹਰਪਾਲ ਪੁੱਤ ਚੰਗੀਆਂ ਗੱਲਾਂ ਸੋਚਿਆ ਕਰ ਮੇਰਾ ਪੁੱਤ, ਚੰਗੀਆਂ ਗੱਲਾਂ। ਆਹੋ ਚੱਲ ਜੀਤਾ। ਚੰਗੀਆਂ ਗੱਲਾਂ ਕੀ ਹੁੰਦੀਆਂ ਨੇ? ਚੰਗੀਆਂ ਗੱਲਾਂ ਲਾਲਾ ਸ਼ਾਮਚੰਦ ਕੋਲ 4000 ਰੁਪਏ ਦੀ ਨੌਕਰੀ ਕਰਨ ਵਾਲਾ ਬੰਦਾ ਕਿਵੇਂ ਕਰ ਸਕਦਾ ਹੈ ਚੰਗੀਆਂ ਗੱਲਾਂ? ਬੰਦਾ ਸੋਚਦਾ ਕੀ ਹੈ ਤੇ ਹੁੰਦਾ ਕੀ ਹੈ? ਚੰਗੀਆਂ ਗੱਲਾਂ ਤਾਂ ਮੈਂ ਕਿਸੇ ਹੋਰ ਨਾਲ ਕਰ ਚੁੱਕਾ, ਮੋਹ ਮੁਹੱਬਤ ਦੀਆਂ ਗੱਲਾਂ, ਪਿਆਰ ਦੀਆਂ ਗੱਲਾਂ। ਪਰ ਇੱਥੇ ਸਾਡੇ ਘਰ ਵਿੱਚ ਇੱਥੇ ਚੰਗੀਆਂ ਗੱਲਾਂ ਕੁਝ ਹੋਰ ਹੀ ਹੁੰਦੀਆਂ ਨੇ। ਕੈਨੇਡਾ ਜਾਣ ਦੀਆਂ ਗੱਲਾਂ, ਜ਼ਮੀਨ ਜਾਇਦਾਦ ਦੀਆਂ ਗੱਲਾਂ। ਕੀ ਹੁੰਦੀਆਂ ਨੇ ਚੰਗੀਆਂ ਗੱਲਾਂ? ਕੀ ਹੁੰਦੀਆਂ ਨੇ ਚੰਗੀਆਂ ਗੱਲਾਂ? ਸ਼ਾਨੋ ਸ਼ੌਕਤ ਦੇ ਧੂਏ ਨਾਲ ਭਰੀਆਂ ਹੋਈਆਂ ਵਾਦੀਆਂ ਜ਼ਮੀਨਾਂ ਤੇ ਜਾਇਦਾਦਾਂ ਦੀਆਂ ਗੱਲਾਂ, ਪੈਸੇ ਦੇ ਦਰਿਆਵਾਂ ਦੀਆਂ ਗੱਲਾਂ, ਸੁੱਖਾਂ ਤੇ ਛਾਵਾਂ ਦੀਆਂ ਗੱਲਾਂ, ਰੀਝਾਂ ਤੇ ਉਮੰਗਾਂ ਦੇ ਸੰਸਾਰ ਵਿੱਚ ਡੋਲਦੀਆਂ, ਹਾਸਿਆਂ ਦੇ ਅੰਬਰਾਂ ਵਿੱਚ ਖਿੜਕੀਆਂ ਖੋਲਦੀਆਂ, ਦੂਰੀਆਂ ਦੇ ਰੰਗਾਂ ਵਿੱਚ ਰੰਗੀਆਂ ਇਹ ਗੱਲਾਂ। ਕੀ ਹੁੰਦੀਆਂ ਨੇ ਚੰਗੀਆਂ ਗੱਲਾਂ? ਵੇਖਰ ਚੋਗੀਆ ਮਰ ਜਾਣਿਆ, ਜੀਤਾ ਦੇ ਸਹੁਰੇ ਤੇ ਅਜੇ ਘਰੋਂ ਬਾਹਰ ਪਿਆ ਨਹੀਂ ਸੀ ਪਾਇਆ ਤੇ ਤੂੰ ਨਵੀਂ ਰਮਾਇਣ ਸ਼ੁਰੂ ਕਰ ਦਿੱਤੀ ਆ। ਵੇ ਇਹ ਹਣੋਣੀ ਮੈਂ ਆਪਣੇ ਘਰ ਚ ਨਹੀਂ ਹੋਣ ਦੇਣੀ। ਉਹ ਬੀਬੀ ਮੇਰੀ ਗੱਲ ਤਾਂ ਸੁਣੋ ਪਹਿਲਾਂ। ਨਾ ਗੱਲ ਤੇ ਇੱਜ਼ਤ ਕਰ।
ਗਾਣੇ ਸੁਣਾ ਇਹ ਕੋਈ ਗੱਲ ਹੈ ਖੇਤ ਸਵਾ ਕੀ ਗੱਲ ਹੋ ਗਈ ਆ ਕੁੱਕੜਾਂ ਵਾਂਗੂ ਲੜੰਡੇ ਜੇ ਚੰਗੇ ਭਲੇ ਛੱਡ ਕੇ ਗਿਆ ਸੀ ਸਵੇਰੇ ਚੰਗੇ ਭਲੇ ਕਾਹਦੇ ਛੱਡ ਕੇ ਗਿਆ ਸਾਂ ਆ ਤੇਰਾ ਮੁੰਡਾ ਇਹ ਸਾਨੂੰ ਹੁਣ ਕੰਡਿਆਂ ਤੋਂ ਧੂ ਟੁਕੜੇ ਟੁਕੜੇ ਕਰੂ ਸਾਡੇ ਓਏ ਇਹੀ ਆਂਦਾ ਨਾ ਮੈਂ ਕੈਨੇਡਾ ਨਹੀਂ ਜਾਣਾ ਚਮਾ ਦਿਨਾਂ ਤੋਂ ਹੀ ਨੰਨਾ ਧਰਿਆ ਇਹਨੇ ਮੂੰਹ ਤੇ ਇਹ ਤੇ ਗੱਲ ਕੁਝ ਵੀ ਨਹੀਂ ਜੀਤਾਂ ਦੇ ਪਾਪਾ ਗੱਲ ਬੜੀ ਗਾਂ ਵਧੀਓ ਇਹ ਤੇ ਅਣਹੋਣੀਆਂ ਗੱਲਾਂ ਕਰਦਾ ਹੀ ਹਾਂ ਕੀ ਗੱਲ ਕਾਕਾ ਐਡਾ ਬੂਥਾ ਬਣਾਇਆ ਉਹ ਕੁਝ ਮੂੰਹ ਤੇ ਫੁੱਟ ਇਹਨੇ ਕੀ ਮੂੰਹ ਫੁੱਟਣਾ ਹੈ ਮੈਂ ਦੱਸਦੀ ਆ ਤੈਨੂੰ ਉੱਥੇ ਕੋਈ ਕੁੜੀ ਹੋ ਇਹ ਕਹਿੰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਆ ਕੀ ਆਖਿਆ ਈ? ਸੁਣਿਆ ਨਹੀਂ ਬੋਲੇ ਜੇ ਇਹ ਕਹਿੰਦਾ ਕਿਸੇ ਸ਼ਹਿਰ ਨਾਲ ਵਿਆਹ ਕਰਾਉਣਾ ਮੈਂ ਸ਼ਹਿਰ ਨਾਲ ਵਿਆਹ ਉਹ ਕਾਕਾ ਹੀ ਇੱਥੇ ਖੱਜਲ ਖਵਾਰ ਹੋਣੇ ਆ ਕਿ ਤੈਨੂੰ ਕਿੱਦਾਂ ਕੈਨੇਡਾ ਭੇਜੀਏ ਤੂੰ ਹੋਰ ਹੀ ਪੋਲਾ ਪਾ ਕੇ ਬੈਠਾ ਵਾ ਵਾੜਾ ਇਹ ਤੇ ਇਸ ਘਰ ਨੂੰ ਤਬਾਹ ਕਰਨ ਤੇ ਤੁਲਿਆ ਹੀ ਮੇਰੀ ਗੱਲ ਸੁਣ ਲੈ ਪਾਲੀ ਅਹੀਂ ਇੰਨਾ ਕਰਜ਼ਾ ਚੁੱਕ ਕੇ ਕੁੜੀ ਦਾ ਵਿਆਹ ਕੀਤਾ ਚੰਗੇ ਘਰ ਉਹ ਕਾਹਦੀ ਖਾਤਰ ਤੇਰੀ ਖਾਤਰ ਮੇਰੀ ਖਾਤਰ ਕਿੱਦਾਂ ਕੈਨੇਡਾ ਤੇ ਜੀਤਾ ਨੇ ਜਾਣਾ ਓਏ ਉਹਨੇ ਉੱਲੂਆ ਪਰਾਏ ਘਰ ਜਾਣਾ ਉਹ ਜਾਊਗੀ ਤੇ ਤੈਨੂੰ ਮਗਰੇ ਸੱਦੂਗੀ ਆਪਣੇ ਘਰ ਦਾ ਬੂਟਾ ਵੀ ਕੈਨੇਡਾ ਦੀ ਧਰਤੀ ਤੇ ਲੱਗੂਗਾ ਘਰ ਦਾ ਕੋਈ ਮੂੰਹ ਮੰਦਰਾ ਸੁਧਰੂਗਾ ਨਾ ਹੁਣ ਕੀ ਹੋਇਆ ਇਸ ਘਰ ਨੂੰ ਤੈਨੂੰ ਨਹੀਂ ਵੇਖਦਾ ਅੰਨਾ ਆ 8 ਕਿੱਲੇ ਪੈਲੀ ਆ ਹੈ ਤੇ ਨਾਲ 4 ਕੋਠੇ ਓਏ ਕਾਕਾ ਮਹਾ ਰੱਬ ਨੇ ਸਬੱਬ ਬਣਾਇਆ ਤੇ ਤੂੰ ਦੁੱਧ ਕਾਂਜੀ ਕੋ ਲੰਡਿਆ ਜੋ ਮਰਜ਼ੀ ਹੋ ਜਾਏ ਮੈਂ ਕੈਨੇਡਾ ਨਹੀਂ ਜੇ ਜਾਣਾ ਤੇ ਮੈਂ ਉਸੇ ਕੁੜੀ ਨਾਲ ਹੀ ਵਿਆਹ ਕਰਨਾ ਜੇ ਇਸ ਗੱਲ ਦਾ ਫੈਸਲਾ ਤੂੰ ਨਹੀਂ ਕਰਨਾ ਅਸੀਂ ਕਰਨਾ ਵਾ ਆਪਣੇ ਬੱਚਿਆਂ ਲਈ ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਹੈ ਸਾਨੂੰ ਪਤਾ ਜੀਤਾ ਤੇ ਉਹਦੇ ਘਰ ਵਾਲੇ ਦੀ ਉਮਰ ਤੇ 10-12 ਸਾਲਾਂ ਦਾ ਫਰਕ ਆ ਅਸੀਂ ਕੋ ਪਰਵਾਹ ਕੀਤੀ ਨਹੀਂ ਅਸੀਂ ਸੋਚਿਆ ਕੋਈ ਨਹੀਂ ਕੁੜੀ ਪਾਰ ਲੱਗੂਗੀ ਉਹਦੇ ਮਗਰੇ ਤੂੰ ਵੀ ਪਾਰ ਲੱਗੇਗਾ ਉਹ ਮੈਂ ਕਿਸੇ ਪਾਰ ਨਹੀਂ ਜੇ ਲੱਗਣਾ ਮੈਂ ਇੱਥੇ ਹੀ ਰਹਿਣਾ ਜੇ ਉਹ ਤੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ ਓਏ ਇਹਨੂੰ ਗੱਲ ਕੀ ਸਮਝ ਲੱਗਣੀ ਆ ਇਹਦਾ ਤੇ ਦਿਮਾਗ ਖਰਾਬ ਹੋ ਗਿਆ ਹੈ। ਇਹ ਕਹਿੰਦਾ ਹੀ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਵਾ ਹਾਂ ਪਿਆਰ ਹੋ ਗਿਆ ਉਹ ਕਾਕਾ ਮੇਰੇ ਤੇ ਤੇਰੀ ਮਾਂ ਦੇ ਵਿਆਹ ਨੂੰ 30 ਸਾਲ ਹੋ ਗਏ ਆ ਸਾਨੂੰ ਤੇ ਹਾਲੇ ਤਾਈਂ ਪਿਆਰ ਨਹੀਂ ਹੋਇਆ ਤੇ ਤੈਨੂੰ ਹੋ ਵੀ ਗਿਆ ਗੱਲ ਸੁਣਾ ਕਾਕਾ ਇਹ ਕੰਜਰ ਖਾਨਾ ਮੈਂ ਆਪਣੇ ਘਰ ਨਹੀਂ ਹੋਣ ਦੇਣਾ ਸੁਣੀ ਮੇਰੀ ਗੱਲ ਜੀਤਾਂ ਦੇ ਪਾਪਾ ਤੂੰ ਨਾ ਵੇ ਕਲਪ ਮੈਂ ਸਮਝਾਉਣੀ ਆ ਇਹਨੂੰ ਆ ਸਮਝਾਣਾ ਇਹਨੂੰ ਪਿਆਰ ਹੋ ਗਿਆ ਇਹਨੂੰ ਵੇ ਕਾਕਾ ਇਹ ਗੱਲ ਨਹੀਂ ਉਹ ਬੰਡੀ ਤੂੰ ਨਹੀਂ ਉਹ ਜਾਣਦਾ ਜਨਾਨੀਆਂ ਦੇ ਚਰਿੱਤਰਾਂ ਨੂੰ ਤੇ ਉੱਤੋਂ ਸ਼ਹਿਰ ਨਾ ਮੇਰੀ ਗੱਲ ਧਿਆਨ ਨਾਲ ਸੁਣ ਲੈ 100 ਰਸਾ ਤੇ ਸਿਰੇ ਤੇ ਗੰਢ ਤੇਰਾ ਵਿਆਹ ਉੱਥੇ ਹੋਊਗਾ ਜਿੱਥੇ ਜੀਤਾ ਕਰਾਊ ਜਿੱਥੇ ਅਸੀਂ ਹਾਮੀ ਭਰਾਂਗੇ ਤੇ ਕਿਸੇ ਸ਼ਹਿਰਨ ਚੁਰਨਾ ਇਹ ਤੇ ਹੋ ਹੀ ਨਾ ਸਕਦਾ ਸ਼ਰਨ ਤਾਂ ਹੈ ਹੀ ਨਹੀਂ ਉਹ ਤਾਂ ਸੁੱਖੀ ਹੈ ਪਿੰਡ ਭੀਰੋਵਾਲ ਦੇ ਪੰਡਤਾਂ ਦੀ ਕੁੜੀ ਪਾਲੀ ਤੂੰ ਸੁਖੀ ਨਾ ਚੁੱਪ ਕਰ ਜੀਤਾ ਜਿੱਥੇ ਮੈਂ ਸ਼ਹਿਰ ਰਹਿੰਦਾ ਸਾਂ ਉੱਥੇ ਸੁੱਖੀ ਮੇਰੇ ਗੁਆਂਢ ਰਹਿੰਦੀ ਸੀ ਤੇ ਉਹਦਾ ਘਰ ਵਾਲਾ ਰੋਜ਼ ਨਵੇਂ ਨਸ਼ੇ ਕਰਕੇ ਆਉਂਦਾ ਤੇ ਉਹਨੂੰ ਮਾਰਦਾ ਕੁੱਟਦਾ ਫਿਰ ਇੱਕ ਦਿਨ ਉਹ ਮਰ ਗਿਆ ਤੇ ਸੁੱਖੀ ਉਦਾਸ ਅੱਖਾਂ ਨਾਲ ਮੇਰੇ ਵੱਲ ਦੇਖਦੀ ਰਹਿੰਦੀ ਮੈਂ ਕਮਲਾ ਹੋ ਗਿਆ ਸਾਂ ਤੇ ਫਿਰ ਅਸੀਂ ਦੋਵਾਂ ਨੇ ਵਿਆਹ ਕਰਵਾ ਲਿਆ ਜੀਤਾ ਹੈ ਵਿਆਹ ਕਰਾ ਲਿਆ ਬਾਪੂ ਬੀਬੀ ਨੂੰ ਦੱਸਿਆ ਨਹੀਂ ਤੂੰ ਉਹ ਤੂੰ ਖਪਣਾ ਪਾ ਮੈਂ ਆਪੇ ਕੋਈ ਵੇਲਾ ਵੇਖ ਕੇ ਦੱਸ ਦਵਾਂਗਾ ਉਹਨਾਂ ਨੂੰ ਓਏ ਹੈ ਖੱਪ ਨਾ ਪਾ ਵਿਆਹ ਕਰਾ ਲਿਆ ਬੀਬੀ ਪਾਪੇ ਨੂੰ ਦੱਸਿਆ ਨਹੀਂ ਮੈਂ ਤੇ ਖੱਪ ਪਾਉ ਮੈਂ ਤੇ ਦੱਸੂ ਜਾ ਕੇ ਉਹਨਾਂ ਨੂੰ ਇਹਨੇ ਵਿਆਹ ਕਰਾ ਲਿਆ ਜੇ ਉਹ ਵੀ ਸ਼ਾਇਰ ਨਾਲ ਵਿਆਹ ਕਰਾ ਲਿਆ ਜੇ ਮੈਂ ਤੇ ਪਾਲੀ ਦੱਸਣਾ ਹੀ ਦੱਸਣਾ ਤੂੰ ਤੇ ਹੱਦ ਹੀ ਕਰ ਦਿੱਤੀ ਏ ਮੈਂ ਤੇ ਕਹਿੰਨੀ ਆ ਹੱਦ ਤੋਂ ਵੀ ਵੱਧ ਕਰ ਦਿੱਤੀ ਏ ਹਾਂ ਮੈਂ ਹੱਦ ਹੀ ਕਰ ਦਿੱਤੀ ਹੈ ਹੱਦ ਹੀ ਕਰ ਦਿੱਤੀ ਹੈ ਮੈਂ ਮੈਥੋਂ ਨਹੀਂ ਸੀ ਵੇਖ ਹੁੰਦਾ ਉਹਦਾ ਪੀਲਾ ਭੂਖ ਚਿਹਰਾ ਤੇ ਖਾਲੀ ਖਾਲੀ ਅੱਖਾਂ ਮੈਂ ਜਦੋਂ ਉਹਦੇ ਵੱਲ ਦੇਖਦਾ ਤਾਂ ਮੈਨੂੰ ਪਿੰਡ ਵਾਲੀ ਸੁੱਖੀ ਯਾਦ ਆ ਜਾਂਦੀ ਨੱਚਦੀ ਟੱਪਦੀ ਹੱਸਦੀਆਂ ਅੱਖਾਂ ਵਾਲੀ ਜਿਵੇਂ ਕੋਈ ਨਵੀਂ ਪੁੰਗਰੀ ਹੋਈ ਵੇਲ ਹੋਵੇ ਪਰ ਉੱਥੇ ਜਦੋਂ ਮੈਂ ਸੁੱਖੀ ਵੱਲ ਦੇਖਦਾ ਤਾਂ ਇਉਂ ਜਾਪਦਾ ਜਿਵੇਂ ਚੰਨ ਦੀ ਚਾਨਣੀ ਚਾਣਚੱਕ ਫਿੱਕੀ ਪੈ ਗਈ ਹੋਵੇ ਮੈਂ ਉਹਨੂੰ ਦੇਖਦਾ ਹੀ ਰਹਿ ਜਾਂਦਾ ਮੈਂ ਕਮਲਾ ਹੋ ਗਿਆ ਸੀ ਤੇ ਫਿਰ ਲੋਕੀ ਗੱਲਾਂ ਕਰਨ ਲੱਗ ਪਏ ਆਖਰ ਰੰਡੀ ਜਨਾਨੀ ਨੇ ਮੁੰਡਾ ਫਸਾ ਲਿਆ ਤੇ ਫਿਰ ਅਸੀਂ ਦੋਵਾਂ ਨੇ ਚੋਰੀ ਛਿਪੇ ਆਨੰਦ ਕਾਰਜ ਕਰਵਾ ਲਿਆ ਘਰ ਬਦਲ ਲਿਆ ਫਿਰ ਕਿਤੇ ਜਾ ਕੇ ਸੁੱਖੀ ਦੇ ਚਿਹਰੇ ਤੇ ਮਸਾ ਰੌਣਕ ਆਈ ਮੈਂ ਉਹਨੂੰ ਕਦੇ ਵੀ ਛੱਡ ਨਹੀਂ ਸਕਦਾ ਮੈਂ ਉਹਨੂੰ ਕਦੇ ਵੀ ਭੁੱਲ ਨਹੀਂ ਸਕਦਾ ਕਿਵੇਂ ਭੁੱਲ ਜਾਵਾਂ ਮੈਂ ਉਹ ਖਾਲੀ ਖਾਲੀ ਅੱਖਾਂ ਪੀਲੇ ਪੀਲੇ ਹੋਂਠ ਜਿਨ੍ਹਾਂ ਚੋਂ ਸੁੱਕ ਗਏ ਸਨ ਸਾਰੇ ਹੀ ਗੀਤ ਉਹ ਹਾਰੇ ਹੋਏ ਚਿਹਰੇ ਦੀ ਸੀ ਕਿਵੇਂ ਭੁੱਲ ਜਾਵਾਂ ਮੈਂ
ਉਹ ਡਰੀ ਹੋਈ ਕਹਾਣੀ ਜਈ, ਉਹ ਉਲਝੀ ਹੋਈ ਤਾਣੀ ਜਈ। ਉਹ ਸਭਨਾ ਤੋਂ ਨਿਆਰੀ ਹੈ, ਉਹ ਮਹਿਕਦੀ ਹੋਈ ਕਿਆਰੀ ਹੈ। ਉਹਨੇ ਵੀ ਜੂਣਾ, ਸਾਹ ਲੈਣੇ ਨੇ, ਜ਼ਿੰਦਗੀ ਨੂੰ ਤੜਕਦੇ ਹੋਏ ਤੱਕਣਾ ਹੈ। ਤੱਕਣਾ ਹੀ ਨਹੀਂ, ਧੜਕਣ ਦੇ ਵਿਹੜੇ ਵਿੱਚ ਬਚਣਾ ਹੈ। ਉਹ ਮੇਰਾ ਹੱਥ ਫੜਦੀ ਹੈ, ਮੇਰੇ ਦੁੱਖ ਸਹਿੰਦੀ ਹੈ। ਉਹ ਜੋ ਸੁੱਕੀ ਨਦੀ ਸੀ ਕਦੇ ਹੁਣ ਪਰ ਵਹਿੰਦੀ ਹੈ। ਇਸ ਨਦੀ ਨੂੰ ਮੈਂ ਮੁੜ ਸੁੱਕਣ ਨਹੀਂ ਦੇਣਾ, ਇਸ ਕਹਾਣੀ ਨੂੰ ਮੈਂ ਏਦਾਂ ਮੁੱਕਣ ਨਹੀਂ ਦੇਣਾ। ਮੈਂ ਉਹਨੂੰ ਕਦੇ ਨਹੀਂ ਛੱਡਾਂਗਾ, ਪਹਾੜ ਤੋੜਾਂਗਾ, ਉਹ ਨਦੀ ਕੱਢਾਂਗਾ ਜੋ ਸ਼ਹਿਰੋਂ ਇਸ ਘਰ ਆਏਗੀ। ਉਹ ਮੁਸਕਰਾਏਗੀ, ਮੈਂ ਮੁਸਕਰਾਵਾਂਗਾ, ਮਾਂ ਮੁਸਕਰਾਏਗੀ। ਮੈਂ ਮਾਂ ਨੂੰ ਇੱਕ ਦਿਨ ਸ਼ਹਿਰ ਲੈ ਜਾਵਾਂਗਾ। ਹਾਂ, ਮੈਂ ਮਾਂ ਨੂੰ ਇੱਕ ਦਿਨ ਮਨਾ ਲਵਾਂਗਾ, ਮੈਂ ਮਾਂ ਨੂੰ ਇੱਕ ਦਿਨ ਮਨਾ ਲਵਾਂਗਾ। ਸੁਪਨਿਆਂ ਦਾ ਘਰ ਮੈਂ ਇੱਕ ਦਿਨ ਬਣਾ ਲਵਾਂਗਾ, ਸੁਪਨਿਆਂ ਦਾ ਘਰ ਮੈਂ ਇੱਕ ਦਿਨ ਬਣਾ ਲਵਾਂਗਾ, ਸੁਪਨਿਆਂ ਦਾ ਘਰ ਮੈਂ ਇੱਕ ਦਿਨ ਬਣਾ। तेरी फसल गड़े मार हो गई, तेरी फसल नु ले गए चोर, तेरी फसल ता होर दी होर वे, तेरी फसल ता होर दी होर। ਸਰਦਾਰ ਬਲਕਾਰ ਸਿੰਘ ਜੀ ਘਰੇ ਹੀ ਹੋ? ਹਾਏ ਹਾਏ, ਆ ਕੌਣ ਆ ਗਿਆ ਇਸ ਵੇਲੇ? ਜੀਤਾ ਵੇਖੀ ਤੂੰ ਮੈਂ ਜਰਾ ਆਈ। ਹਾਂਜੀ ਲੰਘ ਆਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਬਲਕਾਰ ਸਿੰਘ ਹੁਣੀ ਕਿੱਥੇ ਨੇ? ਘਰ ਹੀ ਨੇ? ਨਹੀਂ ਜੀ, ਉਹ ਤੇ ਘਰ ਨਹੀਂ ਜੀ। ਸਲਾਹ ਦੇਣਾ ਸੀ ਮੈਂ ਉਹਨਾਂ ਨੂੰ ਇੱਕ। ਬੈਂਕ ਕਰਜ਼ੇ ਦਾ ਜੀ। ਨਹੀਂ, ਬੈਂਕ ਦਾ ਤੇ ਨਹੀਂ, ਕਿਸ਼ਤ ਦਾ ਦੇਣਾ ਸੀ। ਦੇ ਦਿਆਂਗੇ ਜੀ। ਦੇ ਦਿਓ ਫਿਰ। ਹੈ ਦੇ ਦਿਆਂਗੇ। ਚੇਤੇ ਨਾਲ ਦੇ ਦਿਓ। ਨਹੀਂ, ਇਹ ਕੀ ਕਹਿੰਦਾ ਸੀ ਬੈਂਕ ਵਾਲਾ? ਬੀਬੀ ਬੀਬੀ, ਸਾਨੂੰ ਇਹ ਕਰਜ਼ਾ ਨਹੀਂ ਸੀ ਲੈਣਾ ਚਾਹੀਦਾ, ਨਹੀਂ ਸੀ ਲੈਣਾ ਚਾਹੀਦਾ ਇਹ ਕਰਜ਼ਾ। ਅਸੀਂ ਕੀ ਕਰਦੇ ਜੀਤਾ, ਅਸੀਂ ਕੀ ਕਰਦੇ? ਇਹ ਕਰਜ਼ਾ ਸਾਡੀਆਂ ਰੂਹਾਂ ਤੇ, ਇਹ ਕਰਜ਼ਾ ਸਾਡੇ ਸਰੀਰਾਂ ਤੇ, ਇਹ ਕਰਜ਼ਾ ਸਾਡੇ ਚੋਲੇ ਤੇ, ਇਸ ਦਾਮਨ ਦੀਆਂ ਲੀਰਾਂ ਤੇ, ਇਹ ਕਰਜ਼ਾ ਸਾਡੇ ਸਰੀਰਾਂ ਤੇ, ਇਹ ਕਰਜ਼ਾ ਸਾਡੇ ਸਰੀਰਾਂ ਤੇ। करजा 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 ए करजा साडियां रूहां दे, ए करजा साडियां रूहां दे, ए करजा साडियां रूहां दे, करजा 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 करजा। ਉਹ ਕੀ ਕਰਦਾ ਕਰਜ਼ਾ ਹੈ? ਉਹ ਕਰਜ਼ਾ ਲਿਆ, ਲਾ ਵੀ ਦੇਵਾਂਗੇ, ਐਡੀ ਕਿਹੜੀ ਗੱਲ ਆ? ਕੀ ਕਹਿੰਦਾ ਭਾ, 100 ਕਰਜ਼ਾਂ ਪੂਰੀਆਂ ਹੁੰਦੀਆਂ ਇਹ ਕਰਜ਼ੇ ਨਾਲ। ਉਹ ਨਾਲੇ ਜੇ ਜੱਟ ਨੇ ਮੁੱਛ ਖੜੀ ਰੱਖਣੀ ਐ, ਕਰਜ਼ਾ ਤੇ ਲੈਣਾ ਹੀ ਪਊ। ਵੇਖੋ ਬਈ, ਕਰਜ਼ਾ ਲੈ ਕੇ ਬੀਜ ਲਿਆਈਦੇ ਆ, ਨਿੱਕੀਆਂ ਮੋਟੀਆਂ ਛੜਕਾਅ ਵਾਲੀਆਂ ਦਵਾਈਆਂ ਲਿਆਈਦੀਆਂ, ਬਿਮਾਰੀ ਵੇਲੇ ਵਿਆਹ ਵੇਲੇ ਕਰਜ਼ਾ ਹੀ ਤੇ ਕੰਮ ਆਉਂਦਾ। ਉਹ ਭਾ, ਉਹ ਬੈਂਕਾਂ ਵਾਲਿਆਂ ਨੇ ਵੀ ਹੁਣ ਬੜੀ ਮੌਜ ਬਣਾ ਦਿੱਤੀ ਓ। ਉਹ ਕਿ ਨਾ 8 ਕਿੱਲਿਆਂ ਵਾਲਿਆਂ ਨੂੰ ਕਰਜ਼ਾ ਦਿੰਦੇ ਸੀ ਟਰੈਕਟਰ ਤੇ ਹੁਣ ਤੇ 4 ਕਿੱਲਿਆਂ ਵਾਲਿਆਂ ਨੂੰ ਦੇ ਦਿੰਦੇ ਸੀ। ਬਈ ਮੈਂ ਸੁਣਿਆ ਕਿ ਬੈਂਕ ਨੇ ਨਵੀਂ ਸਕੀਮ ਕੱਢੀ ਆ, ਆਹ, ਆਖਰ ਲਿਮਟ ਬਣਾ ਲਓ, 2 ਲੱਖ ਦੀ, 4 ਲੱਖ ਦੀ, 10 ਲੱਖ ਦੀ। ਬਈ ਪੈਸੇ ਤੁਹਾਡੇ ਖਾਤੇ ਜਮਾ ਨੇ, ਜਦੋਂ ਜੀ ਕਰੇ ਕੱਢ ਕੇ ਵਰਤ ਲਓ। ਉਹ ਭਾ, ਅਗਲਿਆਂ ਨੇ ਨਾ ਪੈਲੀ ਦੇ ਕਾਗਜ਼ ਪੱਤਰ ਵੀ ਰੱਖ ਲੈਂਦੇ ਸੀ। ਉਹ ਕੀ ਨਾਂ ਸੀ ਉਹਦਾ, ਚਰਨ ਸੋ, ਉਹ ਜਿਹਦੇ 8 ਕਿੱਲੇ ਆ, ਉਹਨੇ ਕਰਜ਼ਾ ਲਿਆ ਸੀ। ਪਤਾ ਨਹੀਂ ਉਹਦੀ ਕਿੰਨੀ ਲਿਮਟ ਬਣੀ, ਉਹ 2 ਲੱਖ ਦੀ ਕਿ 4 ਲੱਖ ਦੀ।
ਪਰ ਉਹਦੇ ਜਵਾਕ ਨਵੇਂ ਮੋਟਰਸਾਈਕਲ ਤੇ ਫਿਰਦੇ ਹਿਰ ਕਰਕੇ ਲਿਸ਼ਕਦਾ ਮੋਟਰਸਾਈਕਲ ਹੁੰਦਾ ਇਹਦਾ ਥੱਲੇ। ਇਹ ਕਰਜ਼ੇ ਤੇ ਸੂਦ ਕਿੰਨਾ ਕੁ ਲੱਗੂ? ਉਹ ਸੂਤਾ ਭਾ ਲੱਗੂ ਹੀ ਲੱਗੂ ਦੱਸ। ਪਰ ਆ ਲਿਮਟ ਦੀਆਂ ਨੇ ਭਾ ਵੱਖਰੀਆਂ ਮੌਜਾਂ ਨੇ। ਉਹ ਲਈ ਜਾਓ ਪੈਸੇ ਤੇ ਕੱਢੀ ਜਾਓ ਤੂੰ। ਆਹ ਕੱਢੀ ਜਾ ਤੂੰ ਤੇ ਵਿਆਜ ਹੀ ਪੁੱਤ ਅੱਧਾ ਆਉਂਦਾ ਹੀ। ਉਹ ਲੈ ਉਹ ਜੱਟ ਕੀ ਸਮਝਦੇ ਨੇ ਵਿਆਜ ਨੂੰ? ਉਹ ਇਹਨਾਂ ਲਈ ਕਰਜ਼ਾ ਤਾਂ ਬੈਂਕਾਂ 'ਚ ਪਿਆ ਨਵੀਂ ਅਫੀਮ ਵਾਂਗੂ ਹੁੰਦਾ ਹੈ। ਉਹ ਨਾਲੇ ਆ ਮੈਂ ਸੁਣਿਆ ਸਰਕਾਰ ਕਰਜ਼ੇ ਮਾਫ ਕਰਦੀ ਫਿਰਦੀ ਆ। ਤੂੰ ਕਮਲਾ ਹੋ ਗਿਆ। ਦੱਸ ਕਰਜ਼ੇ ਵੀ ਕਦੀ ਮਾਫ ਹੁੰਦੇ ਆ? ਫੱਟ ਕਮਲਾ ਨਾ ਹੋਵੇ ਤੇ। ਹਾਂ ਵੀ ਆਪਣੇ ਭਾ ਦਾ ਜਿਹੜਾ ਵੱਡਾ ਭਰਾ ਨਾ ਉਹਨੇ ਕਰਜ਼ਾ ਲਿਆ ਸੀ। ਉਹਨੇ ਜੁਰਤ ਖਾਈ। ਸਰਕਾਰੀ ਬੈਂਕ ਕੋਲੋਂ ਕਰਜ਼ਾ ਲਿਆ ਉਹਨੇ ਨਹੀਂ ਮੋੜਿਆ ਨਾ। ਉਹਦਾ ਕਹਿੰਦੇ ਕੀ ਪੁੱਟ ਲਿਆ। ਇਹ ਗੱਲ ਤਾਂ ਠੀਕ ਹੈ। ਭਾ ਦਾ ਭਰਾ ਪੂਰਾ ਨਰ ਬੰਦਾ ਸੀ। ਪੂਰੇ ਇਲਾਕੇ 'ਚ ਦਹਿਸ਼ਤ ਸੀ ਉਹਦੀ। ਸਾਰੇ ਇਲਾਕੇ ਦੀ ਪੁਲਿਸ ਪਈ ਸੀ ਉਹਦੇ ਪਿੱਛੇ। ਓਹੋ ਵੀ ਲੈ ਵੀ ਉਹਨੇ ਕੌਮ ਦੀ ਸੇਵਾ ਘੱਟ ਕੀਤੀ ਆ। ਹਾਂ ਵੇਖ ਉਹਦੇ ਥੱਲੇ ਕਿੰਨੀ ਜਾਇਦਾਦ ਆ। ਉਹ ਜਿਹੜੀ ਪੁਲਿਸ ਉਹਦੇ ਮਗਰ ਲੱਗੀ ਸੀ ਨਾ ਉਹੀ ਹੁਣ ਸਲੂਟ ਮਾਰਦੀ ਸਲੂਟ। ਤੇ ਇੱਜ਼ਤ ਵੇਖ ਲੈ ਕਿੰਨੀ ਉਹ ਭਾ ਦੀ। ਲੈ ਇੱਜ਼ਤ ਆਪਣੇ ਭਾ ਦੀ ਭਲਾ ਘੱਟ ਹੈ। ਭਾ ਦੀ ਧੀ ਨੇ ਕੈਨੇਡਾ ਚਲੇ ਜਾਣਾ ਹੈ। ਮੁੰਡੇ ਨੂੰ ਵੀ ਨਾਲ ਹੀ ਲੈ ਜੂ। ਸਾਰਾ ਖਾਨਦਾਨ ਤਰ ਜਾਊ। ਉਹ ਤੇਰੇ ਮੂੰਹ 'ਚ ਘਿਓ ਸ਼ੱਕਰ ਓਏ। ਉਹ ਜਿਉਂਦਾ ਰਹਿ ਭਰਾ ਜਿਉਂਦਾ ਰਹਿ। ਉਹ ਜਿਉਣਾ ਬਸਣਾ ਸੀ ਕੀ ਹੈ ਭਾ? ਇਹਦੇ ਕੋਲ 1.5 ਕਿੱਲਾ ਰਹਿ ਗਿਆ ਹੈ ਤੇ ਮੇਰੇ ਕੋਲ 2 ਤੇ ਸਾਡੇ ਦੋਵਾਂ ਦੇ ਸਿਰ ਤੇ 2-2 ਲੱਖ ਰੁਪਏ ਦਾ ਕਰਜ਼ਾ ਹੈ। ਪਰ ਵੇਖ ਲੈ ਅਸੀਂ ਨਹੀਂ ਜੇ ਹਿੱਲਦੇ। ਓਏ ਲਈ ਵੀ ਕੀ ਆ ਓਏ ਨਜ਼ਾਰੇ ਲੈਂਦੇ ਨਜ਼ਾਰੇ ਬੱਲੇ ਲੱਗੀ ਦੇ ਬੱਲੇ। ਓਏ ਭਾ ਚੱਲੀਏ ਸਾਡੀ ਮੋਟਰ ਤੇ ਸ਼ਰਾਬ ਕੱਢੀਆ ਤਾਜੀ। ਏ ਸਾਡੀ ਸ਼ਰਾਬ ਦੇ ਜੇ 2 ਪੈਗ ਲਵਾ ਲੈ ਨਾ ਤੂੰ। ਧਰਤੀ ਦੇ ਸਮਾਨ ਘੁੰਮਦੇ ਨਾ ਨਜ਼ਰ ਆਏ ਤੇ ਮੇਰਾ ਨਾਮ ਨਹੀਂ ਬਦਲਦੀ। ਨਹੀਂ ਤੁਸੀਂ ਜਾਓ ਮੈਂ ਘਰ ਨੂੰ ਜਾਣਾ। ਚੱਲ ਠੀਕ ਆ ਚੰਗਾ ਭਾ ਫੇ ਅਸੀਂ ਚੱਲਦੇ ਜੇ। ਚੰਗਾ 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 ਭਾ। ਚੰਗਾ। ਜ਼ਮੀਨ ਤੇ ਅਸਮਾਨ ਤੇ ਉਧਰ ਘੁੰਮਣਗੇ ਜਿੱਦਣ ਮੇਰੇ ਧੀ ਪੁੱਤ ਕੈਨੇਡਾ ਜਾਣਗੇ। ਮੇਰਾ ਪਾਲੀ ਪੁੱਤ ਕੈਨੇਡਾ ਦੀ ਧਰਤੀ ਤੇ ਜਾਏਗਾ। ਪਰ ਇਹ ਮੁੰਡਾ ਅਣਹੋਣੀਆਂ ਗੱਲਾਂ ਕਰਦਾ। ਅਖੇ ਮੈਨੂੰ ਪਿਆਰ ਹੋ ਗਿਆ ਹੈ। ਦੱਸ ਓਏ ਪਿਆਰ ਮੁਹੱਬਤ ਇਹ ਬਸ ਕਿਸੇ ਕਹਾਣੀਆਂ ਦੀਆਂ ਗੱਲਾਂ ਨੇ। ਘਟਾ ਨਾ ਹੋਵੇ ਤੇ ਕੋਈ ਨਹੀਂ। ਆ ਫਸਲ ਬੰਨੇ ਲਾ ਲਵਾਂ ਐਤਕੀ। ਫੇਰ ਪਿਓ ਪੁੱਤ ਕਿੱਥੇ ਬੈਠਾ ਮੈਂ ਸਮਝਾਉਂਗਾ ਉਹਨੂੰ। ਫੈਸਲੇ ਲਵਾਂਗੇ ਪਰ ਅਸਲੀ ਫੈਸਲਾ ਤੇ ਉਦੋਂ ਹੋਏਗਾ ਜਿੱਦਣ ਮੇਰਾ ਪੁੱਤ ਪਾਲੀ ਕੈਨੇਡਾ ਜਾਏਗਾ। ਉੱਥੇ ਡਾਲਰ ਕਮਾਏਗਾ ਮੈਨੂੰ ਭੇਜੇਗਾ ਤੇ ਮੈਂ ਉਹਨਾਂ ਪੈਸਿਆਂ ਦੀ ਜ਼ਮੀਨ ਖਰੀਦੂੰਗਾ। ਟਰੈਕਟਰ ਲਾਉਂਗਾ। ਡੁਕ 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 ਕਰਦਾ ਟਰੈਕਟਰ ਮੈਂ ਚਲਾਈ ਜਾਵਾਂ। ਜ਼ਮੀਨ ਕਿੱਲਿਆਂ ਦੇ ਕਿੱਲੇ ਵਾਹੀ ਜਾਵਾਂ। ਬਈਏ ਕੰਮ ਕਰਨ ਤੇ ਮੈਂ ਕਰਾਂ ਸਰਦਾਰੀ। ਸੱਤੋਂ ਨੂੰ ਨਵੇਂ ਝੁਮਕੇ ਬਣਾ ਕੇ ਦਵਾਂ। ਕੋਠੇ 'ਚ ਬਾਰੇ ਪਾਵਾਂ ਤੇ ਘੈਂਟ ਜੱਟ ਕਹਾਵਾਂ। ਘੈਂਟ ਜੱਟ ਕਾਹਦਾ ਘੈਂਟ ਜੱਟ? ਖੇਤ ਤੇ ਸਵਾਦ ਆ। ਕੀ ਗੱਲ ਹੋ ਗਈ ਮਤੀ ਜਾਨੀ ਆ? ਬੱਚੀ ਕਿੱਦਾਂ ਨਾ ਜਾਵਾਂ? ਆ ਤੇਰਾ ਮੁੰਡਾ ਇਹ ਜਿਹੜਾ ਕਹਿੰਦਾ ਸੀ ਨਾ ਮੈਨੂੰ ਕਿਸੇ ਨਾਲ ਪਿਆਰ ਹੋ ਗਿਆ ਸਾਡੇ ਤੋਂ ਚੋਰੀ ਛੱਪੀ ਇਹਨੇ ਉਹਦੇ ਨਾਲ ਵਿਆਹ ਵੀ ਕਰਾ ਲਿਆ ਈ। ਇਹਨੇ ਤਾਂ ਜੱਗੋਂ 13 ਵੀ ਕਰ ਵਿਖਾਈ ਸਾਨੂੰ। ਕੀ ਗੱਲ ਕਾਕਾ ਠੀਕ ਕਹਿੰਦੀ ਮਾਂ ਤੇਰੀ? ਬੀਬੀ ਇਹ ਤਾਂ ਜੋ ਹੋਣਾ ਸੀਗਾ ਹੁਣ ਹੋ ਗਿਆ। ਨਾਲੇ ਤੁਸੀਂ ਸੁਣਿਆ ਨਹੀਂ ਮੈਂ ਕੀ ਕਿਹਾ? ਮੈਂ ਸੁੱਖੀ ਨਾਲ ਵਿਆਹ ਕਰਵਾ ਲਿਆ। ਸਾਲਿਆ ਵਿਆਹ ਕਿੱਦਾਂ ਕਰਾ ਲਿਆ ਤੂੰ ਓਏ? ਬਾਪੂ ਨਹੀਂ ਅਸੀਂ ਮਾਰ ਛੱਡ ਦੇ ਮੈਨੂੰ। ਛੱਡ ਮੈਨੂੰ ਨਹੀਂ ਤੇ ਕੀ ਹੋ ਆਪਣੇ ਪਿਓ ਤੇ ਹੱਥ ਚੁੱਕੇਗਾ? ਉਸ ਪਿਓ ਤੇ ਜਿਹਦਾ ਪੋਰ ਤੁਹਾਡੇ ਕਰਕੇ ਕੰਜਰਾ ਕਰਦੀ ਵਿੱਚ ਬੇਬੇ। ਓਏ ਉਹ ਕਰਜ਼ਾ ਮੇਰੇ ਕਰਕੇ ਨਹੀਂ ਸੀ ਲਿਆ। ਇਹ ਸਾਹਿਬਜ਼ਾਦੀ ਕਰਕੇ ਲਿਆ ਸੀ। ਇਹ ਸਾਹਿਬਜ਼ਾਦੀ ਕਰਕੇ ਨਹੀਂ ਲਿਆ ਸੀ ਕੰਜਰਾ। ਤੇਰਾ ਅੱਗਾ ਸਵਾਰ ਨੂੰ ਲਿਆ ਸੀ। ਇਹ ਸਾਹਿਬਜ਼ਾਦੀ ਵੀ ਤੇਰੀ ਬੜੀ ਚੜੀ ਆ। ਓ ਮੈਨੂੰ ਕਿਸੇ ਬੜੀ ਦੀ ਕੋਈ ਲੋੜ ਨਹੀਂ ਆ। ਮੈਂ ਸੁੱਖੀ ਨਾਲ ਵਿਆਹ ਕਰਵਾ ਲਿਆ ਜੇ ਤੇ ਮੈਂ ਆਪਣੇ ਇਸ ਫੈਸਲੇ ਤੇ ਕਿਹਾ ਗਿਆ। ਤੇ ਤੇਰਾ ਕਰਜ਼ਾ ਸਾਡੇ ਸਿਰ ਤੇ ਉਹਦਾ ਕੀ ਬਣੂਗਾ? ਓਏ ਉਸ ਕਰਜ਼ੇ ਦਾ ਮੇਰੇ ਨਾਲ ਕੋਈ ਤਾਲੁਕ ਨਹੀਂ ਹੈ। ਹਾਂ ਤੇਰੇ ਨਵੇਂ ਤਾਲੁਕ ਤੋਂ ਪੈਦਾ ਹੋ ਗਏ ਵੇ ਮਰ ਜਾਣਿਆ। ਕਰਜ਼ਾ ਨਹੀਂ ਉਹ ਤੇ ਸੁਪਨਾ ਹੈ ਤੇਰੇ ਪਿਓ ਦਾ। ਤੈਨੂੰ ਤੇ ਤੇਰੀ ਭੈਣ ਨੂੰ ਇਸ ਨਰਕ ਚੋਂ ਕੱਢਣ ਦਾ। ਕੀ ਕਹੀ ਬੀਬੀ? ਇਹ ਧਰਤੀ ਹੁਣ ਨਰਕ ਹੋ ਗਈ ਹੈ। ਨਰਕ ਤੂੰ ਆਪੇ ਦਾ ਕੀ ਕਰਦੀ ਸੀ? ਇਹ ਧਰਤੀ ਸੁਰਗ ਹੈ।
ਪੀਰਾਂ ਫਕੀਰਾਂ ਦੀ ਧਰਤੀ ਹੈ, ਗੁਰੂਆਂ ਦੀ ਵਰਸੋਈ ਹੋਈ। ਓਏ ਗੁਰੂਆਂ ਪੀਰਾਂ ਨੂੰ ਇਸ ਧਰਤੀ ਤੇ ਕੌਣ ਪੁੱਛਦਾ ਹੈ? ਇਸ ਧਰਤੀ ਦਾ ਪੈਸਾ ਹੀ ਗੁਰੂ ਹੈ ਤੇ ਰਿਸ਼ਵਤ ਇਸ ਧਰਤੀ ਦੀ ਰੂਹ ਹੈ। ਸੋਚਿਆ ਹੀ ਕਰਜ਼ਾ ਲਿਆ, ਤੁਹਾਨੂੰ ਦੋਵਾਂ ਭੈਣ ਭਰਾਵਾਂ ਨੂੰ ਇਸ ਨਰਕ ਚੋਂ ਬਾਹਰ ਕੱਢੂਗਾ, ਪਰ ਮੈਂ ਗੁਨਾਹ ਕੀਤਾ, ਮੈਂ ਗੁਨਾਹ ਕੀਤਾ ਸੁਪਨਾ ਲੈ ਕੇ। ਕਿ ਪੰਜਾਬ ਦੀ ਧਰਤੀ ਤੇ ਰਹਿ ਕੇ ਹੁਣ ਕੋਈ ਸੁਪਨਾ ਨਹੀਂ ਲਿਆ ਜਾ ਸਕਦਾ? ਕਿ ਸਾਡਾ ਪੰਜਾਬ, ਕੀ ਇਹ ਧਰਤੀ ਹੁਣ ਸੁਪਨਿਆਂ ਤੋਂ ਵਾਂਝੀ ਹੋ ਗਈ ਹੈ? ਆਹੋ, ਵਾਂਝਾ ਹੋ ਗਏ ਪੰਜਾਬ ਸੁਪਨਿਆਂ ਤੋਂ, ਕਿਉਂਕਿ ਨਾ ਇੱਥੇ ਅੱਜ ਦਾ ਕੁਝ ਪਤਾ ਤੇ ਨਾ ਭਲਕਦਾ। ਉਹ ਪਤਾ ਨਹੀਂ ਕਿੱਥੋਂ ਹੋਣਾ। ਨਾਲੇ ਜਿੱਥੋਂ ਦੇ ਲੋਕ ਕਰਜ਼ਿਆਂ ਦੇ ਸਿਰ ਤੇ ਸੁਪਨੇ ਵੇਖਦੇ ਹੋਣ ਨਾ, ਉੱਥੋਂ ਦੇ ਲੋਕਾਂ ਦਾ ਕੁਝ ਨਹੀਂ ਬਣ ਸਕਦਾ। ਰੋਜ਼ ਹੀ ਤੇ ਖਬਰਾਂ ਹੁੰਦੀਆਂ ਨੇ ਕਿ ਫਲਾਣੇ ਪਿੰਡ 'ਚ ਜੱਟ ਨੇ ਫਾਹਾ ਲੈ ਲਿਆ, ਫਲਾਣੇ ਪਿੰਡ 'ਚ ਜੱਟ ਨੇ ਸਲਫਾਸ ਪੀ ਲਈ। ਉਹ ਮੇਰੀ ਸੁਣ ਲੈ ਗੱਲ, ਕੰਨ ਖੋਲ ਕੇ। ਮੈਂ ਬਲਕਾਰ ਸਿੰਘ ਆ, ਬਲਕਾਰ ਸਿੰਘ। ਨਾ ਮੈਂ ਫਾਹਾ ਲੈ ਕੇ ਮਰਨ ਵਾਲਾ ਬੰਦਾ ਹੀ ਤੇ ਨਾ ਸਲਫਾਸ ਪੀ ਕੇ। ਮੈਂ ਕਿੱਕਰ ਸਿੰਘ ਦਾ ਮੁੰਡਾ ਹੀ, ਈਸ਼ਰ ਸਿੰਘ ਦਾ ਪੋਤਰਾ। ਉਹ ਈਸ਼ਰ ਸਿੰਘ ਜਿਨੇ ਗੁਰੂ ਕਾ ਬਾਗ ਦੇ ਮੋੜ ਤੇ ਵੇਲੇ ਅੰਗਰੇਜ਼ਾਂ ਕੋਲੋਂ ਡਾਂਗਾ ਖਾਧੀਆਂ ਸੀ। ਕੋਈ ਗੱਲ ਨਹੀਂ ਪੁੱਤ, ਜੇ ਕਰਜ਼ਾ ਮੈਂ ਲਿਆ ਨਾ ਤੇ ਲਾਉਂਗਾ ਵੀ ਮੈਂ ਹੀ। ਪਰ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਵਿਆਹ ਤੇਰਾ ਉੱਥੇ ਹੋਣਾ ਜਿੱਥੇ ਮੈਂ ਚਾਹੁੰਦਾ ਸੀ। ਬਿਲਕੁਲ ਇਸ ਗੱਲ ਦਾ ਫੈਸਲਾ ਮੈਂ ਆਪ ਕਰਾਂਗਾ, ਕੋਈ ਹੋਰ ਨਹੀਂ ਕਰੇਗਾ, ਮੈਂ ਕਰਾਂਗਾ ਇਸ ਗੱਲ ਦਾ ਫੈਸਲਾ। ਤੇ ਤੁਹਾਡੇ ਕਰਜ਼ਿਆਂ ਦੇ ਕਰਕੇ ਨਾ ਮੈਂ ਆਪਣੇ ਸੁਪਨਿਆਂ ਤੇ ਮਿੱਟੀ ਨਹੀਂ ਪਾ ਸਕਦਾ। ਯੱਦਾ ਸੁਪਨਿਆਂ ਦਾ ਪਾਗਲ ਹੋ ਗਿਆ ਤੂੰ। ਪਾਗਲ ਹੋ ਗਿਆ ਮੈਂ। ਕੀ ਆਪਣੇ ਧੀਆਂ ਪੁੱਤਾਂ ਦੇ ਚੰਗੇ ਸੁਪਨਿਆਂ ਲਈ ਚੰਗੇ ਸੁਪਨੇ ਲੈਣਾ ਗੁਨਾਹ ਹੈ? ਕੋਈ ਨਹੀਂ ਪੁੱਤ, ਕੋਈ ਗੱਲ ਨਹੀਂ, ਮੇਰੀ ਫਸਲ ਹੈਗੀ ਆ, ਉਹਨੂੰ ਮੈਂ ਵੇਚ ਕੇ ਜਿਹੜੀ ਰਕਮ ਆਉਗੀ ਉਹਨਾਂ ਆਪਣਾ ਕਰਜ਼ਾ ਲਾਉਂਗਾ। ਕੋਈ ਲੋੜ ਨਹੀਂ ਮੈਨੂੰ ਤੁਹਾਡੇ ਵਰਗੇ ਕੰਜਰਾਂ ਦੀ। ਮੈਂ ਮੰਡੀ ਜਾਵਾਂਗਾ। ਇਸ ਘਰ ਨਾਲੋਂ ਵੱਧ ਸੁੱਖ ਤੇ ਆਰਾਮ ਤੇ ਮੰਡੀ 'ਚ। ਮੈਂ ਮੰਡੀ ਜਾਵਾਂਗਾ, ਫਸਲ ਵੇਚਾਂਗਾ, ਜਿਹੜੀ ਰਕਮ ਆਏਗੀ ਉਹਨਾਂ ਕਰਜ਼ਾ। ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ, ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ, ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ। ਹਰ ਸ਼ਮਾਈ ਪਾਂਦੀ ਤੁਰਦੇ ਮੰਡੀਆਂ ਵੱਲ ਵੇ, ਦਿਲਾਂ ਦੇ ਵਿੱਚ ਵਲਵਲੇ ਨੇ ਸੁਪਨਿਆਂ ਦੇ ਲੱਖ ਚੱਲਦੇ। ਤੂੰ ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ, ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ। ਬੋਲਾਂ ਦੇ ਵਿੱਚ ਭੜਕਾ, ਤੋਰਾਂ ਦੇ ਵਿੱਚ ਮੜਕਾ, ਬੋਲਾਂ ਦੇ ਵਿੱਚ ਭੜਕਾ, ਤੋਰਾਂ ਦੇ ਵਿੱਚ ਮੜਕਾ। ਦਹੀਂ ਦਰਸ਼ਨਾ ਖਾ ਕੇ ਤੂੰ ਵਾਹਿਗੁਰੂ ਕਹਿ ਕੇ ਚੱਲ ਵੇ, ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ, ਚੱਲ ਮੰਡੀ ਨੂੰ ਚੱਲ ਵੇ ਤੂੰ, ਚੱਲ ਮੰਡੀ ਨੂੰ ਚੱਲ ਵੇ। ਬਾਊ ਜੀ,
ਸਿਆ। ਬੜਾ ਖੁਸ਼ ਹੈ ਓਏ ਚਾਚਾ ਓਏ ਕੱਲ ਸ਼ਾਮੀ ਹੋਣੀ ਭਈਆਣੀ ਆ ਨਾ ਜਿਹੜੀ ਚਾਹ ਬਣਾਉਂਦੀ ਤੇ ਮੈਂ ਬੜਾ ਦੋ ਦੁਨੀ ਚਾਰ ਹੋਣ ਡਿਆ ਉਹ ਤੂੰ ਦੁੱਲਿਆ ਉਹ ਨਵਾਂ ਪੱਲੇਦਾਰ ਬਣਿਆ। ਉਹ ਪੱਲੇਦਾਰ ਦੀ ਜ਼ਿੰਦਗੀ ਤੋਂ ਹੁੰਦਾ ਕੀ ਆ, ਸਾਰਾ ਦਿਨ ਕੱਟਾ ਤੇ ਬਸ। ਉਹ ਮੌਰਾ ਦੁਖਣ ਲੱਗ ਪੈਂਦੀਆਂ। ਏਦਾਂ ਦਾ ਜੁਗਾੜ ਤਾਂ ਕਰਨਾ ਹੀ ਪੈਂਦਾ। ਜੁਗਾੜ ਤੇ ਚਾਚਾ ਕਰਨਾ ਹੀ ਪੈਂਦਾ ਆ, ਪਰ ਪੈਸੇ ਵੀ ਚਾਰ ਬਚਣ ਤੇ ਤਾਂ ਆ ਨਾ। ਕਹਿੰਦੇ ਵੀ ਐ ਸਾਰੀ ਭਾਈ ਨਹੀਂ ਲੱਗਾ। ਓਏ ਭਾ ਚੜੇ ਨਾ ਚੜੇ ਸਾਨੂੰ ਕੀ, ਸਾਨੂੰ ਤਾਂ ਦੁੱਲਿਆ ਦਿਹਾੜੀ ਮਿਲਣੀ ਚਾਹੀਦੀ ਆ। ਉਹ ਦਿਹਾੜੀ ਤੇ ਚਾਚਾ ਤਾਂ ਹੀ ਮਿਲੂਗੀ ਨਾ ਜੇ ਸਰਕਾਰ ਸਾਡੀ ਫਸਲ ਚੁੱਕੂਗੀ। ਓਏ ਸਰਕਾਰ ਨਾ ਚੱਕੂ ਆ ਤੇ ਬਾਣੀਏ ਸ਼ਾਹੂਕਾਰ ਚੁੱਕਣਗੇ। ਉਹ ਬਾਣੀਆਂ ਨੇ ਜੱਟਾਂ ਦੇ ਪੱਲੇ ਕੀ ਪਾਉਣਾ? ਓਏ ਤੂੰ ਝਾਟਾ ਜੱਟਾਂ ਦਾ ਠੇਕਾ ਲਿਆ। ਉਹ ਜੱਟ ਕਦੇ ਸਾਨੂੰ ਪੁੱਛਿਆ ਭਾ ਤੁਹਾਨੂੰ ਕਿੰਨੀ ਦਿਹਾੜੀ ਮਿਲਦੀ ਆ? ਉਹ ਕਿੱਦਾਂ ਪਲਦੇ ਤੁਹਾਡੇ ਬਾਲ ਬੱਚੇ? ਦੇਖ ਲੈ ਚਾਚਾ ਆ ਜੱਟਾਂ ਦੇ ਕਿਵੇਂ ਮੂੰਹ ਲੱਥੇ ਵੇਖ ਤੇ ਸਹੀ ਹੈ। ਓਏ ਲੱਥੇ ਪੈਣ ਤੇ ਲੱਥੇ ਰਹਿਣ, ਇਹ ਮੰਡੀ ਆ ਦੁੱਲਿਆ। ਇੱਥੇ ਹਰ ਚੀਜ਼ ਦਾ ਭਾਅ ਲੱਗਦਾ। ਉਂਝ ਜੱਟਾਂ ਦੀ ਤਾਂ ਫੇਰ ਵੀ ਫਸਲ ਵਿਕਦੀ ਆ, ਸਾਡੀ ਤਾਂ ਸਿੱਧੀ ਮਿਹਨਤ ਵਿਕਦੀ ਆ। ਉਹ ਇੱਕ ਦਿਨ ਦੀ ਪਿੱਟ ਘਸਾਈ ਇੰਨੇ ਪੈਸੇ। ਉਹ ਜ਼ਿਆਦਾ ਨਹੀਂ ਸੋਚੀਦਾ ਬਲਿਆ। ਲੈ ਕੈਪਸੂਲ ਖਾ ਤੇ ਹੋ ਜਾ ਵਾਲਾ ਫੁੱਲ। ਉਹ ਨਹੀਂ ਉਹ ਚਾਚਾ ਮੈਂ ਨਹੀਂ ਖਾਂਦਾ ਕੈਪਸੂਲ। ਨਾਲੇ ਗੱਲ ਸੁਣ ਤੂੰ ਹੀ ਨਸ਼ਾ ਪਤਾ ਨਾ ਕਰਿਆ ਕਰ। ਵੇਖ ਕਿੱਥੋਂ ਹੜਪਾ ਨਿਕਲੀਆਂ ਆਈਆਂ। ਓਏ 10 ਸਾਲ ਇੱਥੇ ਲਾਏਗਾ ਨਾ ਤੇਰੀਆਂ ਵੀ ਨਿਕਲ ਆਣਗੀਆਂ। ਗੱਲਾਂ ਕਰਦਾ ਕੈਪਸੂਲ ਨਾ ਖਾਇਆ ਕਰਾਂ। 4 ਸਾਲ ਪਹਿਲਾਂ ਹੜਤਾਲ ਕੀਤੀ, ਆ ਪੁਲਿਸ ਨੇ ਲਾਠੀ ਚਾਰਜ ਕਰਤਾ। ਆ ਕੁੜੀ ਆ ਸੱਜਾ ਗੋਡਾ ਅਜੇ ਤੱਕ ਦੁਖਦਾ। ਉਹ ਇਦਾਂ ਦੀਆਂ ਚੀਜ਼ਾਂ ਖਾਣੀਆਂ ਹੀ ਪੈਂਦੀਆਂ। ਉਹ ਵੇਖ ਚੀਚੋਵਾਲ ਦਾ ਜੱਟ ਬਲਕਾਰ ਸਿੰਘ ਹਰ ਵੇਲੇ ਨਹੀਂ ਚਦੀਆਂ ਰੱਖਦਾ ਹੀ। ਘੈਂਟ ਜੱਟ ਬੜਾ ਦਿਲਦਾਰ ਬੰਦਾ ਹੀ। ਦਿਲਦਾਰ ਬੰਦਾ ਕਾਹਦਾ ਆ 6 ਦਿਨ ਹੋ ਗਏ ਮੈਂ ਇਹਨੂੰ ਮੰਡੀ 'ਚ ਬੈਠੇ ਨੂੰ ਵੇਖਣ ਡਿਆ ਇਹਨੂੰ। ਉਹ ਜਿਹੜਾ ਭਾਅ ਇਹ ਮੰਗਦਾ ਉਹ ਨਾ ਸਰਕਾਰ ਦੇਣ ਡਈ ਉਹਦੇ ਨਾਲ ਸ਼ਾਹੂਕਾਰ। ਉਹ ਚੰਗਾ ਏ ਇਹਨਾਂ ਜੱਟਾਂ ਦੀ ਵੀ ਮੱਤ ਮੰਡੀ ਜਾ ਕੇ ਟਿਕਾਣੇ ਆਂਦੀ ਆ। ਉਹ ਪਿੰਡਾਂ ਖੇਤਾਂ 'ਚ ਸਾਨੂੰ ਖਲੋਣ ਨਹੀਂ ਦਿੰਦੇ। ਸ਼ਹਿਨਸ਼ਾਹ ਸਮਝਦੇ ਆਪਣੇ ਆਪ ਨੂੰ। ਇਹ ਤੇ ਗੱਲ ਚਾਚਾ ਤੇਰੀ 100 ਆਨੇ ਪੱਕੀ ਉਹ ਖੇਤ 'ਚ ਖਲੋਤਾ ਜੱਟ ਆਪਣੀ ਮਾਂ ਨੂੰ ਮਾਛੀ ਨਹੀਂ ਕਹਿੰਦਾ। ਉਹ ਜੇ ਕਦੇ ਕਮੀਣ ਦੀ ਧੀ ਨਾ ਕਦੇ ਆ 4 ਗੰਦਲਾਂ ਤੋੜਦੇ ਨਾ ਸਾਗ ਬਣਾਉਣ ਵਾਸਤੇ। ਓਏ ਹੋਏ ਹੋਏ ਉਹ ਗਾਲਾਂ ਕੱਢਦੇ ਕਿ ਪੁੱਛੀ ਕੋਨਾ। ਪਰ ਚਾਚਾ ਐ ਜੱਟ ਦਾ ਤੇ ਬੜਾ ਹੀ ਮੰਦਾਲੀ। ਉਹ ਕਿਦਾਂ? ਉਹ ਏਦਾਂ ਕਿ ਵੀ ਆਪਣੇ ਪਿੰਡੋਂ ਕੀ ਨਾਂ ਉਹਦਾ ਵੀਰਾ ਵੀਰਾ ਖੋਦਾ। ਉਹ ਦੱਸਦਾ ਸੀ ਵੀ ਇਹਦੀ ਧੀ ਜਿਹੜੀ ਵਿਆਹੀ ਹੈ ਨਾ ਕੈਨੇਡਾ। ਉਹ ਕੈਨੇਡਾ ਵਾਲੇ ਨੇ ਪਹਿਲਾਂ ਹੀ ਕਦੇ ਕੈਨੇਡਾ 'ਚ ਵਿਆਹ ਕਰਾਇਆ ਹੀ। ਉਹ ਨਹੀਂ ਉਹ ਖੜਦਾ ਇਹਦੀ ਧੀ ਨੂੰ। ਇਸੇ ਗੱਲ ਦਾ ਤੇ ਸਿਆਪਾ ਉਹਨਾਂ ਦੇ ਘਰ ਪਿਆ ਹੀ। ਓਏ ਆ ਲੰਬੀਂਗ ਇਹਨੂੰ ਪਤਾ ਬਲਕਾਰ ਸਿੰਘ ਨੂੰ? ਉਹ ਇਹਨੂੰ ਕਿੱਥੇ ਪਤਾ। ਇਹਦੇ ਕੱਲ ਇੱਥੇ ਬੜੀਆਂ ਡੀਂਗਾਂ ਮਾਰਨ ਡਿਆ। ਆਪਣੀ ਕੁੜੀ 2 ਮਹੀਨਿਆਂ ਨੂੰ ਕੈਨੇਡਾ ਚਲੇ ਜਾਣੀ ਆ ਤੇ ਮਗਰੇ ਹੀ ਮੁੰਡਾ। ਓਏ ਮੁੰਡੇ ਦਾ ਤੇ ਮੈਨੂੰ ਪਤਾ ਹੀ। ਓਏ ਉਹ ਨਹੀਂ ਉਹ ਜਾਂਦਾ ਕੈਨੇਡਾ। ਸੁਣਿਆ ਉਹਨੇ ਵਿਆਹ ਕਰਾ ਲਿਆ ਸ਼ਹਿਰ ਕਿਸੇ ਵਿਧਵਾ ਜਨਾਨੀ ਨਾਲ। ਉਹ ਵਾਹ ਓ ਵਾਹ, ਉੱਥੇ ਜਵਾਈ ਕੈਨੇਡਾ 'ਚ ਪਹਿਲਾਂ ਵਿਆਹ ਕਰਾਈ ਬੈਠਾ। ਉਹ ਇੱਥੇ ਪੁੱਤ ਉਹ ਤੇ ਜੱਟ ਐਵੇਂ ਹੀ ਤਿੰਗਲੀ ਜਾਂਦਾ ਏ। ਸਹੀ ਗੱਲ ਆ ਚਾਚਾ। ਉਹ ਮੇਰੀ ਮਾਂ ਕਹਿੰਦੀ ਵੀ ਧੀਆਂ ਪੁੱਤਾਂ ਦਾ ਦੁੱਖ ਬੜਾ ਹੁੰਦਾ। ਉਹ ਠੀਕ ਕਹਿਣਾ ਦੁੱਲਿਆ। ਉਹ ਪਰ ਦੁੱਖ ਉਹਨਾਂ ਦੇ ਵੱਡੇ ਹੁੰਦੇ ਆ ਜਿਨ੍ਹਾਂ ਦੇ ਪੱਲੇ ਕੁਝ ਹੋਵੇ। ਸਾਡੇ ਮਾਤਰਾਂ ਦੇ ਧੀਆਂ ਪੁੱਤ ਵੇਖ ਲਾ। ਉਹ ਵੱਡੀ ਧੀ ਮੇਰੀ ਰਿਕਸ਼ੇ ਵਾਲੇ ਨਾਲ ਵਿਆਹੀ ਆ। ਉਹ ਛੋਟੀ ਦਾ ਵਿਆਹ ਏ ਕਰਨਾ ਏ। ਉਹ ਵੱਡਾ ਮੁੰਡਾ ਖਲੀਆਂ ਕਰਨ ਵਾਲਾ ਜਾਂਦਾ ਏ। ਉਹ ਛੋਟਾ ਵਿਚਾਰਾ ਜੱਟਾਂ ਡੰਗਰ ਚਾਰਦਾ। ਉਹ ਸਾਡੇ ਧੀਆਂ ਪੁੱਤਾਂ ਨੇ ਕਰਨਾ ਏ। ਓਏ ਆ ਫਿਕਰ ਤਾਂ ਜੱਟਾਂ ਨੂੰ ਆ। ਓਏ ਜੱਟ ਵੱਡੇ ਬੰਦੇ ਆ ਦੁੱਲਿਆ। ਉਹ ਜੱਟ ਹਰ ਛਮਾਈ ਨਵੀਂ ਫਸਲ ਕਰਦੇ ਆ ਤੇ ਹਰ ਫਸਲ ਤੋਂ ਆਸ ਹੁੰਦੀ ਆ। ਕਾਦੀ ਆਸ? ਓਏ ਆਸ ਹੁੰਦੀ ਆ ਮੂਰਖਾ ਆ ਹੋਰ ਜ਼ਮੀਨ ਖਰੀਦਣ ਦੀ, ਆ ਟਰੈਕਟਰ ਟਰਾਲੀਆਂ ਖਰੀਦਣ ਦੀ। ਓਏ ਇਹਨਾਂ ਦੀਆਂ ਆਸਾਂ ਹੁਣ ਹੋ ਗਈਆਂ ਹੀ ਖਤਮ। ਨਾ ਇਹਨਾਂ ਕੋ ਹੈ ਕੀ ਆ? ਕਿਸੇ ਕੋ 2.5 ਪੈੜੀਆਂ, ਕਿਸੇ ਕੋ 1.5 ਕਿੱਲਾ। ਉਹ ਹੈ ਨਹੀਂ ਇਹਨਾਂ ਦੇ ਪੱਲੇ ਕੁਛ ਵੀ। ਆ ਵੇਖਦਾ ਪਿਆ ਨਾ ਤੇ ਤਾਂ ਜੱਟ ਮੰਡੀਆਂ 'ਚ ਰੁਲਦਾ ਹੀ। ਰੁਲੰਦੇ ਆ ਤਾਂ ਅਸੀਂ ਕਰੀਏ। ਪਰ ਤੂੰ ਠੀਕ ਕਹਿਣਾ ਦੁੱਲਿਆ। ਇਸ ਮੰਡੀ 'ਚ ਹਰ ਕੋਈ ਰੁਲਦਾ ਆ।
ਚਲ ਜਾ ਦੁੱਲਿਆ, ਉਹ ਖੁਸ਼ ਨਹੀਂ ਲੱਭਣਾ। ਓਏ ਤੇਰੀਆਂ ਵੀ ਹੜਬਾਂ ਨਿਕਲ ਆਉਣੀਆਂ। ਆ ਮੰਡੀ ਸ਼ਾਹੂਕਾਰਾਂ ਦੀ ਮੰਡੀ ਆ। ਓਏ ਸ਼ਾਹੂਕਾਰਾਂ ਦੀ ਤੇ ਆ ਸ਼ੈਲਰਾਂ ਵਾਲੇ ਸਰਦਾਰਾਂ ਦੀ ਆ। ਓਏ ਉਹ ਜਿਨ੍ਹਾਂ ਦੇ ਪੱਲੇ ਕੁਝ ਆ, ਉਹ ਸਾਡੇ ਪੱਲੇਦਾਰਾਂ ਦੇ, ਉਹ ਸਾਡੇ ਪੱਲੇਦਾਰਾਂ ਦੇ ਪੱਲੇ ਕੁਝ ਨਹੀਂ ਆ ਦੁੱਲਿਆ। ਉਹ ਪੱਲੇਦਾਰਾਂ ਦੇ ਪੱਲੇ ਕੁਝ ਨਹੀਂ ਆ ਦੁੱਲਿਆ। ਪੱਲੇਦਾਰਾਂ ਦੇ ਪੱਲੇ ਕੁਝ ਨਹੀਂ ਆ। ਪੱਲੇਦਾਰਾਂ ਦੇ ਪੱਲੇ ਕੁਝ ਨਹੀਂ ਆ ਦੁੱਲਿਆ। ਸਾਡੇ ਪਿੰਡ ਪੱਲੇ ਕੀ ਰਹਿ ਗਿਆ ਸਤੋ? ਆਪਾਂ ਕੀ ਕਰਾਂਗੇ ਹੁਣ? ਕਰਨਾ ਕੀ ਹੈ? ਖੇਤ ਸਵਾ ਵਾਹਿਗੁਰੂ ਦਾ ਭਾਣਾ ਹੈ। ਨਹੀਂ ਸਤੋ, ਇਹ ਵਾਹਿਗੁਰੂ ਦਾ ਭਾਣਾ ਨਹੀਂ, ਇਹ ਧੋਖਾ ਹੈ, ਧੋਖਾ। ਮੇਰੀ ਅਣਿਆਣੀ ਧੀ ਨਾਲ ਧੋਖਾ। 3 ਸਾਲ ਹੋ ਗਏ ਵਿਆਹ ਨੂੰ, ਹੁਣ ਸਾਲੇ ਕਹਿੰਦੇ ਆ ਕਿ ਮੁੰਡੇ ਨੇ ਉੱਧਰ ਵਿਆਹ ਕਰਾ ਲਿਆ। ਵਿਆਹ ਤੋਂ ਪਹਿਲੇ ਆਂਦੇ ਅਸੀਂ ਬੜੇ ਸ਼ਰੀਫ ਜੱਟ ਆ। ਓਏ ਆ ਇਹਨਾਂ ਦੀ ਸ਼ਰਾਫਤ। ਪਰ ਸਤੋ ਵੇਖੀ, ਮੈਂ ਛੱਡਣਾ ਨਹੀਂ ਇਹਨਾਂ ਨੂੰ। ਮੈਂ ਕੇਸ ਕਰੂੰ ਇਹਨਾਂ ਤੇ, ਪੁਲਿਸ ਕੋਲ ਛਿੱਤਰ ਪਵਾਉਂਗਾ। ਵੇਖੀ ਮੈਂ ਕੀ ਕਰਦਾ ਇਹਨਾਂ ਨਾਲ। ਤੂੰ ਕੀ ਕਰਨਾ ਹੈ ਜੀਤਾਂ ਦੇ ਪਾਪਾ? ਤੂੰ ਕੀ ਕਰਨਾ ਹੈ? ਚੱਕਣਾ ਪੁੱਟ ਕੇ ਰੱਖਤੀ ਮੇਰੀ ਨਿਆਣੀ ਧੀ ਦੀ। ਰੱਬ ਕਰੇ ਇਹਨਾਂ ਦੀਆਂ ਧੀਆਂ ਨਾਲ ਵੀ ਏਦਾਂ ਹੀ ਹੋਵੇ। ਕੀੜੇ ਪੈ ਕੇ ਮਰਦੇ ਹੁੰਦੇ ਇਹੋ ਜਿਹੇ ਨਿਕਸਵੇਂ। ਕੀ ਕਰਦਾ? ਸਰਦਾਰ ਜੀ ਕੀ ਫੈਸਲਾ ਕੀਤਾ ਫਿਰ? ਫੈਸਲਾ ਤੇ ਮਹਾਰਾਜ ਤੁਸੀਂ ਕਰਨਾ ਜੀ। FCI ਵਾਲਿਆਂ ਨੇ ਕਰਨਾ, ਆੜਤੀਆਂ ਨੇ ਕਰਨਾ, ਤੁਸੀਂ ਕਰਨਾ ਮਾਲਕ। ਉਹ ਅਸੀਂ ਕੀ ਕਰਨਾ ਹੈ? ਉਹ ਮੈਂ ਤਾਂ ਹੁਕਮਾਂ ਦਾ ਗੁਲਾਮ ਆ। ਉਹ FCI ਦੇ ਹੈੱਡਕੁਆਟਰ ਤੋਂ ਜੋ ਹੁਕਮ ਆਣਾ ਉਹ ਮੈਂ ਤਾਂ ਉਹੀਓ ਪਾ ਦੇਣਾ। ਠੀਕ ਹੈ ਜੀ, ਕਰ ਲਓ ਜੋ ਕਰਨਾ ਜੀ। ਕੀ ਕਿਹਾ? ਦੇ ਦਿਓ ਜੀ ਉਹੀ ਭਾਅ, ਲੈ ਜਾਓ ਫਸਲ ਸਾਰੀ। ਉਹ ਕੀ ਗੱਲ ਕਰਦੇ ਹੋ ਸਰਦਾਰ ਜੀ? ਉਹ ਮੈਂ ਵੱਡੇ ਅਫਸਰਾਂ ਨਾਲ ਗੱਲ ਕੀਤੀ ਹੈ ਅਤੇ ਅਭੀ ਬਲਕਾਰ ਸਿੰਘ ਦੀ ਫਸਲ ਪੂਰੀ ਮੰਡੀ ਚੌਬੜ ਹੈ ਅਤੇ ਜਿੱਥੇ ਤੱਕ ਸਾਡੀ ਗੁੰਜਾਇਸ਼ ਹੈ ਕੱਲ ਦੇ ਭਾਅ ਨਾਲੋਂ ਪੂਰੇ 40 ਰੁਪਏ ਵੱਧ ਅਤੇ ਵਿੱਚ 10 ਰੁਪਏ ਹਿੱਸਾ ਸਾਡਾ ਵੀ ਹੈ। ਠੀਕ ਹੈ? ਠੀਕ ਹੈ ਜੀ। ਉਹ ਠੀਕ ਹੈ ਜੀ। ਉਹ ਮਹਾਰਾਜ ਠੀਕ ਹੀ ਰੱਖੇ। ਤੇ ਬਲਕਾਰ ਸਿੰਘ ਜੀ ਬਸ ਅੱਜ ਰਾਤ ਫਸਲ ਦੀ ਜ਼ਿੰਮੇਵਾਰੀ ਤੁਹਾਡੀ ਤੇ ਕੱਲ ਸਵੇਰੇ ਹੀ ਮੈਂ ਪੱਲੇਦਾਰ ਭਿਜਵਾ ਦੇਵਾਂਗਾ। ਠੀਕ ਹੈ ਜੀ। ਉਹ ਥੋੜਾ ਬਹੁਤਾ ਖੁਸ਼ ਵੀ ਹੋਵੋ ਸਰਦਾਰ ਜੀ। ਉਹ ਮੋਤੀਆਂ ਵਾਲਿਓ, ਉਹ ਸਾਡਾ ਹਿੱਸਾ ਨਾ ਭੁੱਲਿਓ। ਚੰਗਾ ਚੱਲਦਾ। ਨਹੀਂ ਭੁੱਲਦਾ ਜੀ। ਬੰਦੇ ਕੋਲ ਹੁੰਦਾ ਕੀ ਹੈ, ਯਾਦ ਰੱਖਣ ਵਾਲਾ ਜਾਂ ਭੁੱਲਣ ਵਾਲਾ? ਬੰਦਾ ਕੀ ਯਾਦ ਰੱਖ ਸਕਦਾ? ਫੋਕੀਆਂ ਫੜਾ, ਅਸਲੀ ਪਲ ਮੋਹ ਮੁਹੱਬਤ, ਪਾਣੀ ਦੇ ਬੁਲਬੁਲੇ, ਨਿਸਰੀ ਹੋਈ ਫਸਲ ਵਰਗੇ। ਫਸਲ ਕਾਦੀ ਫਸਲ ਬਲਕਾਰ ਸਿਆ? ਕਾਦੀ ਫਸਲ? ਆਪਣੀ ਅਸਲੀ ਫਸਲ ਵੱਲ ਵੇਖ ਬਲਕਾਰ ਸਿਆ। ਪਾਲੀ, ਪ੍ਰੀਤੂ, ਜੀਤਾ, ਤੇਰੀ ਅਸਲੀ ਫਸਲ ਨਹੀਂ ਨਿਸਰੀ ਬਲਕਾਰ ਸਿਆ। ਤੇਰੀ ਅਸਲੀ ਫਸਲ ਨਹੀਂ ਨਿਸਰੀ। ਹੇ ਵਾਹਿਗੁਰੂ, ਜੇ ਤੂੰ ਮੇਰੇ ਨਾਲ ਏਦਾਂ ਹੀ ਕਰਨਾ ਸੀ ਤਾਂ ਮੈਨੂੰ ਪੈਦਾ ਹੀ ਕਿਉਂ ਕੀਤਾ? ਜੇ ਬਣਾਉਣਾ ਸੀ ਤਾਂ ਵੱਡੇ ਭਰਾ ਵਰਗਾ ਬਣਾਉਂਦਾ। ਲੋਕਾਂ ਨਾਲ ਧਰੋ ਕਰਦਿਆਂ ਵੀ ਉਹਦੀਆਂ ਅੱਖਾਂ ਨਹੀਂ ਚਪਕਦੀਆਂ। ਬੇਹਯਾ, ਬੇਸ਼ਰਮ, ਪਰ ਸਾਲਾ ਕਾਮਯਾਬ ਇਨਸਾਨ। ਕਾਮਯਾਬ ਤੇ ਕਾਹਦਾ? ਪਰ ਸਾਰੇ ਇੱਜ਼ਤ ਕਰਦੇ ਨੇ ਉਹਦੀ। ਇਹ ਸਾਲੀ ਇੱਜ਼ਤ ਵੀ ਬੜੀ ਕੁੱਤੀ ਚੀਜ਼ ਹੈ। ਸਾਰੇ ਸਿਆਪੇ ਇਸ ਇੱਜ਼ਤ ਦੇ ਨੇ। ਹਨੇਰਾ ਹੋਣਾ ਸ਼ੁਰੂ ਹੋ ਗਿਆ। ਅੱਜ ਦੀ ਰਾਤ ਕਿਵੇਂ ਲੰਘੇਗੀ? ਮੈਂ ਕੀ ਕਰਾਂ ਵਾਹਿਗੁਰੂ, ਮੈਂ ਕੀ ਕਰਾਂ? ਕਿਤੇ ਮੇਰੇ ਹੱਥ 'ਚ ਬਰਛੀ ਹੋਵੇ ਤੇ ਮੈਂ
मैं एक तेरा ढिड पाड़ दिया जा अपने सीने च खोल लो। मैं की करा वाहेगुरु, मैं की करा। साली साली अख क्यों नहीं लग जाती इस जहान इन्हां मंडियां नूं इन्हां फसलां नूं ए साले फूकण जोगे ढेरां नूं अग लग जावे ते सब कुछ सड़ के स्वाह हो जावे। पर तू किहदे कोल डरिया बलकार सिंह? तू किहदे कोल डरनिया? इन्हां मंडियां तो इन्हां फसलां तो ए सारे फूकण जोगे ढेरां तो ए हरामजादे लोकां तो किहदे कोल डरिया बलकार? ए साली ठेके दी शराब निरा फोका पानी तेनू तेनू कोई एहो जी चीज चाहिए बलकार सिंह जिन्नू पी के तू सारे काम भुल जाए, जिन्नू पी के तेरे पैर भुंजे ना लगन, जिन्नू पी के तू सारिया मुसीबतां तो सुरखरू हो जाए। पर कित्थों लभेगी आगे शहर? कित्थों लभेगी आगे शहर? भुल जावण दुख नमोशिया लभ एहो जी कोई शै बंदिया, पी एहो जी कोई शै बंदिया, पी एहो जी कोई शै बंदिया। ओ अंबरा विच खलोते आ शीशे नाल शिकार कहर दी बिजली चमकदी लिया कले जा कली उगड़ कोई आ गई किसे अगन विच ना ओ बड़िया दे विच नचदी गल विच हड्डियां पा ओ गल विच हड्डियां ऐदा करदे ने बंदे दे साह सब कुछ धुआं धुआं हो जाता है। बड़ी बार समझाया है मैं लोकां नूं पर किसे नूं कुछ समझ ही नहीं पैंदी। कौन है तू? परे हटा दे सड़ी जी डंगोरी मेरी फसल तो। सारी कुड़ी अभी कुत्ती मंगती मैनू मंगती कहंदा है, मैनू मंगती कहंदा है। मंगता ते तू है। किन्ने दिनां तो बैठा है इस मंडी च मंगतियां वांग। मैं मंगता नहीं नहीं मैं मालक है इस फसल का। मालक ए कहंदा मैं मालक। कौन मालक है नसाहां दा? हर बेड़ी मंझदार च डुबदी है। तूफान आउंदे ने ते वड्डे वड्डे रुख पुट्टे जांदे ने। कुछ रुख तां उगे ही इसलिए हुंदे ने कि ਉਹਨਾਂ ਦੇ ਟਾਣ ਸਿਵਿਆਂ ਦਾ ਬਾਲਣ ਬਣਨ। कौन है तू? कौन है तू? ਤੂੰ ਮੈਨੂੰ ਨਹੀਂ ਪਛਾਣਦਾ? ਮੈਨੂੰ ਨਹੀਂ ਪਛਾਣਦਾ ਤੂੰ?
जानती नहीं कि मेरा पुत्र थक गया है। जीवन दा पाठ ढोंदा ढोंदा तू की नहीं किता, की नहीं किता तू? सारी उम्र मिट्टी नाल मिट्टी हुंदा रहा है, और तेरे प्यो ने तेरे नाल धोखा कीता। चंगी जमीन तेरे भरावां नूं देती ते माड़ी तैनूं। तेरा भरा भी तेरा ना होया। तेरा बड़ा पुत नशियां ते लाता ते छोटे पुत ने रंडी जनानी नाल ब्याह करके तेरा नक नहीं कटाता। ते तेरी धी जिन्हें कनेडा जाना सी, तेरे जवाई ने नहीं छड्डती। तेरी धी जिहदे जिस्म दे रुख ते सोने दे फुल खिड़ने सी, हुण मिट्टी च रुल जाएगी। ते तेरी जमीन बैंक वाले कुर्की करनगे। तेरा कोई नहीं, तेरा कोई नहीं पुत्रा, तेरा कोई नहीं। बकवास मत कर ते निकल जा, निकल जा साडी मंडी चों बाहर निकल जा। ए कहंदा साडी मंडी, ओ मेरे पुत्रा, ए मंडी मेरी मलकीत है। ए मौत दी मंडी है, ए मेरी मंडी है। हर बाजार, हर घर, हर सड़क, हर फसल, हर नस्ल मेरी मलकीत है, मेरी मलकीत है। कौन है तू? तू कौन है? मैं तेरी दादी, तेरी लक्कड़ दादी। मेरी लक्कड़ दादी ते मर गई है, मेरी दादी भी मर गई है ते मेरी मां भी मर गई। पर तू कौन है? कौन है तू? मैं मौत हां। बंदियां ते जनानियां दी सब तो चंगी सखी सहेली। मेरे कलावे च आके बड़ा सुकून मिलता है। हाँ मेरा पुत, मेरी गलवकड़ी च आ जा। आ मेरी मिठड़ी, मेरे कलावे च आ जा। आ मेरी मिठड़ी, आ मेरा पुत, मेरे कलावे च आ जा। आ मेरा पुत, आ मेरी मिठड़ी। मौत दिया बाहां च आके तेनू बड़ा सुकून मिलेगा। आ मेरे पुत्र, मेरी गलवकड़ी च आ जा। आ मेरा पुत, मौत दिया बाहां च आ जा। मैं मौत हां, 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 मैं मौत हां। कोई भैड़ा सुपना? ये बुढ़ी माई मैनू मैनू बोला दे तिखे तिखे तीर का मारन दई। मैनू डर लगन दिया है, पर मैनू चंगी चंगी भी लगन दई। मैनू मेरा हो गया बाहर जानू क्यों जी करन दिया। वो कह रही, वो कहने की इस फसल चो बोर नहीं। फसल कादी फसल बलकार से कादी फसल की भाल आया तेरे साइया ने। पिछले साल ला लो 900 रुपया 1 क्विंटल मगर घट।
ਇਹਨੇ ਚ ਤੇ ਠੇਕੇ ਦੇ ਪੈਸੇ ਨਹੀਂ ਲੱਥਣੇ, ਉੱਤੋਂ ਆੜਤੀ ਤੋਂ ਲਿਆ ਕਰਜ਼ੇ ਤੇ ਬੈਂਕ ਦੀ ਕਿਸ਼ਤ ਕਿਵੇਂ ਲਾਏਗਾ ਬਲਕਾਰ ਸਿੰਘ, ਕਿਵੇਂ ਲਾਏਗਾ ਸਾਰਾ? ਮੈਂ ਬੈਂਕ ਵਾਲੇ ਗੁਰਿੰਦਰ ਬਾਬੂ ਦੇ ਕਹਿੰਦੀ ਕਿੱਲਾ ਵੇਚਾਂਗਾ, ਕਿੱਲਾ ਵੇਚ ਕੇ ਮੈਂ ਸਾਰਾ ਕਰਜ਼ਾ ਲਾ ਦੇਵਾਂਗਾ, ਕਿੱਲਾ ਵੇਚ। ਪਰ ਫੇਰ ਤੇਰੇ ਕੋਲ ਮਗਰ ਬਚੂਗਾ ਕੀ? ਆਖਰੀ ਕਿੱਲਾ ਤੇ ਛੁੱਟਣ ਧੀ। ਮੈਂ ਕੀ ਕਰਾਂ ਵਾਹਿਗੁਰੂ, ਮੈਂ ਕੀ ਕਰਾਂ? ਹਰ 6 ਮਹੀਨੇ ਮੈਂ ਇਸ ਮੰਡੀ ਦੇ ਵਿੱਚ ਫਸਲ ਲਿਆਉਂਦਾ ਰਿਹਾ, ਹਰ ਫਸਲ ਦੇ ਨਾਲ ਮੈਂ ਨਵੇਂ ਸੁਪਨੇ ਵੇਂਦਾ ਸੀ, ਪਰ ਹਰ ਵਾਰ ਮੇਰੇ ਸੁਪਨੇ ਮਿੱਟੀ 'ਚ ਖਾਕ ਹੁੰਦੇ ਨੇ। ਤੇ ਇਸ ਵਾਰ ਕਿਹੀ ਫਸਲ ਆਈ, ਘਰ ਦੀਆਂ ਦਹਲੀਜ਼ਾਂ ਤੇ ਖਲੋਤੀ ਛੁੱਟਣ ਦੀ। 2 ਪੁੱਤ, ਦੋਵੇਂ ਘਰੋਂ ਬੇਗਾਨੇ, ਤੇ ਮੈਂ ਵੀ ਕਿੱਦਾਂ ਦਾ ਬੰਦਾ ਸੀ, ਧੀ ਦੇ ਸਿਰ ਤੇ ਫਸਲ ਉਗਾ ਰਿਹਾ ਸੀ। ਤੇਰੀ ਫਸਲ ਨਹੀਂ ਨਿਸਰੀ ਬਲਕਾਰ ਸੀ। ਮੈਂ ਕੀ ਕਰਾਂ ਵਾਹਿਗੁਰੂ, ਮੈਂ ਕੀ ਕਰਾਂ? ਤੈਨੂੰ ਇਹਦਾ ਕੁਝ ਨਹੀਂ ਬੰਨਾ ਬਲਕਾਰ ਸਿੰਘ। ਤੂੰ ਉਹ ਸ਼ੈ ਪੀ ਜਿਹੜੀ ਤੂੰ ਫਸਲ ਹੇਠਾਂ ਡੱਪ ਕੇ ਰੱਖੀ। ਹਾਂ ਬਲਕਾਰ ਸਿੰਘ, ਉਹ ਸ਼ੈ ਪੀ। ਹਾਂ ਇਹ ਸ਼ੈ ਪੀ ਕੇ ਤੂੰ ਸਾਰੀਆਂ ਮੁਸੀਬਤਾਂ ਤੋਂ ਸੁਰਖਰੂ ਹੋ ਜਾਏਗਾ। ਹਾਂ ਬਲਕਾਰ ਸਿੰਘ, ਤੂੰ ਸਾਰੀਆਂ ਮੁਸੀਬਤਾਂ ਤੋਂ ਸੁਰਖਰੂ ਹੋ ਜਾਏਗਾ। ਪਰ ਨਹੀਂ ਬਲਕਾਰ ਸਿੰਘ, ਇਹ ਸ਼ਾਇਦ ਪੀ ਕੇ ਬੰਦਾ ਉਸ ਬੁੱਢੀ ਮਾਈ ਦੀਆਂ ਬਾਹਾਂ 'ਚ ਪਹੁੰਚ ਸਕਦਾ। ਨਹੀਂ ਬਲਕਾਰ ਸਿੰਘ, ਤੇਰੀ ਡਾਰ ਤੇ ਪੂਰਾ ਟੱਬਰ ਖਲੋਤਾ ਹੈ। ਤੂੰ ਇਹ ਸ਼ਾਇਦ ਨਹੀਂ ਪੀਣੀ, ਫਿਰ ਕੀ ਕਰਦਾ ਵਾ? ਲਾਜੂ ਕਰਦਾ ਪਈ, ਕਰਦਾ ਕਿ ਕਿੱਲਾ ਵੇਚ ਦੇਗਾ? ਲਾਜੂ ਕਿੱਲਾ, ਕੋਈ ਗੱਲ ਨਹੀਂ ਬਲਕਾਰ ਸਿੰਘ, ਤੂੰ ਘੈਂਟ ਜੱਟਿਆਂ, ਤੇਰੇ ਦਾਦੇ ਨੇ ਗੁਰੂ ਕਾ ਬਾਗ ਦੇ ਮੋਰਚੇ ਵਾਲੀਆਂ ਅੰਗਰੇਜ਼ਾਂ ਕੋਲ ਡਾਂਗਾ ਖਾਧੀਆਂ। ਕੋਈ ਗੱਲ ਨਹੀਂ, ਫਿਰ ਕੀ ਹੋਇਆ? ਇਹੋ ਜਿਹੀਆਂ ਮੁਸੀਬਤਾਂ ਆਉਂਦੀਆਂ ਨੇ। ਕੋਈ ਗੱਲ ਨਹੀਂ ਬਲਕਾਰ ਸਿੰਘ, ਕੋਈ ਗੱਲ ਨਹੀਂ। ਨਹੀਂ ਬਲਕਾਰ ਸਿੰਘ, ਫਿਰ ਕੀ ਹੋਇਆ? ਕਰਦੇ ਸਾਰਿਆਂ ਸਿਰ ਤੇ ਹੁੰਦੇ ਆ। ਤੂੰ ਇਹ ਸ਼ੈ ਨਹੀਂ ਪੀਣੀ। ਨਹੀਂ ਬਲਕਾਰ ਸਿੰਘ, ਨਹੀਂ। ਪਰ ਮੈਂ ਕੀ ਕਰਾਂ? ਮੈਂ ਥੱਕ ਗਿਆ, ਮੇਰੇ ਕੋ ਹੋਰ ਨਹੀਂ ਚੱਲਿਆ ਜਾਣਾ। ਘਰ ਦੇ ਬਨੇਰੇ ਤੇ ਖਲੋਤੀ ਛੁੱਟਣ ਤੇ ਦੋਵੇਂ ਮੁੰਡੇ ਘਰੋਂ ਬੇਗਾਨੇ। ਕੀ ਕਰਾਂ ਬਲਕਾਰ ਸਿੰਘ, ਕੀ ਕਰੀਏ? ਮੈਨੂੰ ਮਾਫ ਕਰੀ ਬਾਪੂ, ਮੈਨੂੰ ਮਾਫ ਕਰੀ। ਮੈਂ ਹੋਰ ਨਹੀਂ ਚੱਲ ਸਕਦਾ। ਸੱਤੋ ਮੈਨੂੰ ਮਾਫ ਕਰੀ ਸੱਤੋ। लूलू चो बगी लहू धीता चकड़ा तो अपने घरां बचाउंदा मिट्टी नू अपनी कहानी सुनाउंदा डिग्गिया रुख हो के आजाद
दी आई फसल इस बार। भाई जी करो अरदास फिर। की अरदास करा, की अरदास करा मैं कवा कि ऊपर वाले दा भाना सी। नहीं 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 मेरे सतगुरु कि तू मेरा इम्तिहान ले रहे, तू अपनी खलकत का इम्तिहान ले रहे। एक चंगा भला बंदा अपनी जान आप ले ले, इस बारे तो महाराज ने किते कुछ लिखिया ही नहीं। शायद पुराने वेले ਇਹੋ ਜਿਹੀਆਂ ਗੱਲਾਂ ਨਹੀਂ सन ਹੁੰਦੀਆਂ। पर सच्चे पातशाह मैं की कवां कि तेरा हुक्म सी। नहीं नहीं ऊपर वाला ਇਹੋ ਜਿਹਾ हुक्म नहीं दे सकता। नहीं हाँ ऊपर वाला जे एक बारी 6 महीने ਲਈ थल्ले आ जाए, आके अपनी फसल बीजे ते फिर 6 ਮਹੀਨਿਆਂ बाद ਉਹਦੀ फसल ਮੰਡੀਆਂ ਵਿੱਚ ਰੁਲਦੀ ਹੋਵੇ ਤੇ ਉਹਨੂੰ ਆਤਮ ਹੱਤਿਆ ਕਰਨੀ ਪਵੇ ਤੇ ਫਿਰ ਮੈਂ ਉਹਨੂੰ ਪੁੱਛਾਂ ਕਿ ਭਾਣਾ ਕਿੰਜ ਮੰਨੀਦਾ, ਭਾਣਾ ਕਿੰਜ ਮੰਨੀਦਾ, कैसा है भाना, कैसी है साडी भुख, कैसी प्यास, कैसी है फसल साडड़ी, कैसी है रास। हुक्म जिन्ना दा चलदा हुक्मां दे असी दास। की करा मैं अरदास, की करा मैं अरदास। बीबी उठ खलो, की पत्थर बनी बैठी है। चलिया जा इथों, तेरे करके होया सब कुछ। नहीं बीबी नहीं, ये मेरे करके नहीं होया, ये कर्जे करके होया, जीतां दे कनेडा ना जान करके होया। ऐतकी फसलां दे भाव डिग पैणे ते किश्त देण लई किला बैह करना पैना सी। इन्हां सोचा करके होया। ये सोचा लै बैठियां पापे नूं, ये सोचा लै बैठियां पापे नूं। तैनू की पता ओदियां सोचां दा? धी नूं कनेडा भेजण बारे सोचदा सी, तैनू इत्थों दे नरक च कड्ढण बारे सोचदा सी। कि ये गलत है जज नाल ब्याह शादी करनी, ब्याह दाज लई कर्जा लेना, अपना नक नमूज रखना गलत है। रिश्तेदारियां पगाउणियां, फसल आउण ते 4 पैसे वटण बारे सोचना गलत है। चंगी जिंदगी दे सुपने लेना गलत है। झटका हुंदा की है, जमीन ते धीआं पुत्त जद पुत्त ना रहन, धी छुट्टण हो जाए, जमीन दी कुर्की होण वाली होवे ते किसान की करे। किसान हुंदा की है, अपनी जमीन अपनी मिट्टी दा पुतला। जद मिट्टी खो जाए, फसल मारी जाए, फसल दा भाव ना लगे तो किसान की करे। इस बारे कई फसल आई है मेरे मालका, कई फसल आई है किसान दे लहू विच भिजी हुई। बेच दो फसल है, जिल से जमीने कर दे दो बैंकां नूं, आड़तिआं नूं, शाहूकारां नूं, सरकारां नूं, जिन्हां दे ढिड कदे नहीं भरने। हाँ इन्हां दे ढिड्डां ने कदे नहीं भरना। मेरे कोल हुण 2 किल्ले रह गए ने, 1 किल्ला बेचना पऊगा ते मेरे कोल रह जाएगा अपने खसम दी जमीन दा आखिरी किल्ला। हुण मैं इस घर च कल्ली रवांगी, कल्ली नहीं अपने बंदे दी याद दे नाल
ਤੇ ਖੂਨ ਦੇ ਨਾਲ ਭਿੱਜੀ ਇਸ ਫਸਲ ਦੇ ਨਾਲ। ਇਹ ਅੰਨ ਦੀ ਉਹ ਮੁੱਠੀ ਜਿਹਦੇ ਤੇ ਮੇਰੇ ਸਰਦਾਰ ਨੇ ਲਹੂ ਦੀ ਉਲਟੀ ਕੀਤੀ ਤੇ ਤੋਤਾ ਬਣਿਆ। ਉਹਦੇ ਲਹੂ ਦੇ ਨਾਲ ਇਹ ਫਸਲ ਹੀ ਨਹੀਂ ਭਿੱਜੀ, ਸਾਡੇ ਸੁਪਨੇ ਵੀ ਲਹੂ ਲੁਹਾਨ ਹੋ ਗਏ ਨੇ। ਉਹ ਸੁਪਨੇ ਜੋ ਅਸੀਂ ਫਸਲ ਬੀਜਣ ਤੋਂ 6 ਮਹੀਨੇ ਬਾਅਦ ਉਡੀਕਦੇ ਰਹਿੰਦੇ ਆ। ਐਤਕੀ ਫਸਲ ਆਏਗੀ ਤੇ ਪੁੱਤ ਨੂੰ ਮੋਟਰਸਾਈਕਲ ਲੈ ਦਿਆਂਗੇ। ਐਤਕੀ ਫਸਲ ਆਏਗੀ ਤੇ ਧੀਰੀ ਤੋਂ ਟੁੰਬਾ ਬਣਾ ਲਾਂਗੇ। ਐਤਕੀ ਫਸਲ ਆਏਗੀ ਤੇ ਬਾਹਰ ਦੀ ਕੰਧ ਪੱਕੀ ਕਰਾ ਲਾਂਗੇ। ਐਤਕੀ ਫਸਲ ਆਏਗੀ ਤੇ ਇੱਕ ਹੋਰ ਮੱਝ ਲੈ ਲਾਂਗੇ। ਕੀ ਇਹ ਫਸਲ, ਕੀ ਇਹ ਸੁਪਨੇ ਲੈਣਾ ਗੁਨਾਹ ਹੈ? ਇਹ ਫਸਲ ਕਿਸਾਨ ਦੇ ਲਹੂ ਵਿੱਚ ਭਿੱਜੀ ਹੈ। ਇਹ ਫਸਲ ਪੰਜਾਬ ਦੇ ਲਹੂ ਵਿੱਚ ਭਿੱਜੀ ਹੈ। ਕਿਉਂ ਭਿੱਜੀ ਇਹ ਫਸਲ ਲਹੂ ਦੇ ਵਿੱਚ? ਕੌਣ ਹੈ ਇਹਦਾ ਜ਼ਿੰਮੇਵਾਰ? ਮੰਡੀ, ਸਰਕਾਰ, ਹਾਕਮ, ਕੌਣ ਹੈ ਇਹਦਾ ਜ਼ਿੰਮੇਵਾਰ? ਕੀ ਹੋ ਗਿਆ ਸਾਨੂੰ? ਅਸੀਂ ਪੰਜ ਦਰਿਆਵਾਂ ਦੇ ਲੋਕ ਜਿਹੜੇ ਸਿਕੰਦਰ ਤੇ ਨਾਦਰ ਸ਼ਾਹ ਨਾਲ ਲੜੇ, ਜਿਹੜੇ ਅਹਿਮਦ ਸ਼ਾਹ ਅਬਦਾਲੀ ਤੇ ਅੰਗਰੇਜ਼ਾਂ ਨਾਲ ਲੜੇ, ਅੱਜ ਇੰਨੇ ਨਮਾਣੇ ਤੇ ਨਤਾਣੇ ਕਿਉਂ ਹੋ ਗਏ ਆ? ਕਿਉਂ ਸਾਡੀ ਫਸਲ ਮੰਡੀਆਂ ਵਿੱਚ ਲਹੂਆਂ ਨਾਲ ਭਿੱਜ ਰਹੀ ਹੈ? ਧਰਤੀ ਦੇ ਇਸ ਪੁੱਤਰ ਦਾ ਲਹੂ ਅੰਜਾਈ ਜਾਏਗਾ? ਨਹੀਂ, ਇੱਕ ਦਿਨ ਉਹ ਜ਼ਰੂਰ ਆਏਗਾ। ਤਾਂ ਇਹ ਲਹੂ ਭੱਜੀ ਫਸਲ ਦੇ ਵਿੱਚੋਂ ਨਵੇਂ ਸੁਪਨੇ ਜਨਮ ਲੈਣਗੇ। ਉਹ ਸੁਪਨੇ ਜਿਨ੍ਹਾਂ 'ਚ ਕੋਈ ਕਰਜ਼ਾ ਨਹੀਂ ਹੋਏਗਾ, ਕੋਈ ਖੁਦਕਸ਼ੀ ਨਹੀਂ ਹੋਏਗੀ, ਕੋਈ ਖੁਦਕਸ਼ੀ ਨਹੀਂ ਹੋਏਗੀ। ਧਰਤੀਏ ਨੀ ਧਰਤੀਏ ਤੂੰ ਯਾਦ